8 ਮਈ ਸਨਿਚਰਵਾਰ ਦੀ ਸ਼ਾਮ ਹੈ। ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਸਾਰੇ ਹੀ ਦਰਸ਼ਕਾਂ ਨੂੰ ਬਲਜਿੰਦਰ ਸਿੰਘ ਅਟਵਾਲ ਵੱਲੋਂ ਸਤਿ ਸ੍ਰੀ ਅਕਾਲ। ਆਪ ਸਾਰਿਆਂ ਦਾ ਹੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਅਸੀਂ ਆਪਣੇ ਸਾਰੇ ਹੀ ਮੁਸਲਿਮ ਭਾਈਚਾਰੇ ਦੇ ਵਾਸਤੇ ਈਦ ਦੇ ਸ਼ੁਭ ਮੌਕੇ ਦੇ ਉੱਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਅਤੇ ਮੁਬਾਰਕਾਂ ਪੇਸ਼ ਕਰਦੇ ਹਾਂ। और कल नूं मदर्स डे है। मदर्स डे के मौके पर भी सारे ही दर्शकों को बहुत बहुत शुभ विशावां। श्री गुरु तेग बहादुर जी का 400 साला प्रकाश पुरब बड़ी शरधा के नाल मनाया जा रहा है। उन्हों की जीवनी के नाल संबंधित एक छोटा जिहा सैगमेंट भी प्रोग्राम के शामिल किया जाएगा। गुरप्रीत घुग्गी हुणां दे नाल मुलाकात पिछले हफ्ते के प्रोग्राम में शामिल की गई। बड़ियां रोचक गल्लां बातां उसका बाकी का हिस्सा शामिल करांगे। मिट्टी के भांडियां की कला इस दे नाल संबंधित भी एक बहुत ही रोचक सैगमेंट अज के प्रोग्राम में शामिल किया जाएगा। गीत संगीत भी होगा। सेंसस हो रही है, मरदमशुमारी हो रही है, उस दे संबंधी जानकारी का भी एक छोटा जिहा सैगमेंट अज के प्रोग्राम में शामिल रहेगा। यह है अज का देश प्रदेश प्रोग्राम। गुरु तेग बहादुर सिमरिए कर नानक बैठाए सब थाई हो सहाय। प्रगट पए गुरु तेग बहादुर सगल सिष्ट पै टापी चादर। सृष्टि की चादर नौवें पातशाह धन साहिब श्री गुरु तेग बहादुर जी का समुचा जीवन सिख धर्म की विशालता ਅਤੇ आत्मा की पवित्र शक्ति तो जाणू करवाਉਂਦਾ है। मुगलिया दौर ਦੇ ਵਿੱਚ ਲਿਤਾੜੇ ਜਾ ਰਹੇ ਲੋਕਾਂ ਧਰਮ ਪਰਿਵਰਤਨ ਦੇ ਲਈ ਅਨੇਕਾਂ ਤਸੀਹੇ ਚੱਲ ਰਹੇ ਹਿੰਦੂ ਧਰਮ ਦੀ ਰੱਖਿਆ ਦੇ ਲਈ ਆਪਣੀ ਸ਼ਹਾਦਤ ਦੇਣ ਵਾਲੇ ਗੁਰੂ ਤੇਗ ਬਹਾਦਰ ਜੀ ਨੇ ਸਿੱਖੀ ਸਿਧਾਂਤਾਂ ਨੂੰ ਅਮਲੀ ਰੂਪ ਦੇ ਕੇ ਪੂਰੀ ਦੁਨੀਆ ਦੇ ਸਾਹਮਣੇ ਪ੍ਰਮਾਣਿਤ ਕਰ ਦਿੱਤਾ ਕਿ ਜੇਕਰ ਕਦੇ ਵੀ ਮਨੁੱਖਤਾ ਦਾ ਘਾਣ ਹੁੰਦਾ ਹੈ ਤਾਂ ਮਜ਼ਲੂਮਾਂ ਦੀ ਰੱਖਿਆ ਕਰਨਾ, ਆਪਣੀ ਜਾਨ ਦੀ ਬਾਜੀ ਲਾ ਕੇ ਜ਼ੁਲਮ ਦਾ ਟਾਕਰਾ ਕਰਨਾ ਹਰ ਸਿੱਖ ਦਾ ਧਰਮ ਹੈ। ਸਨ 1621 ਨੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਛੇਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਅਤੇ ਮਾਤਾ ਨਾਨਕੀ ਜੀ ਦੇ ਘਰ ਗੁਰੂ ਤੇਗ ਬਹਾਦਰ ਜੀ ਦਾ ਜਨਮ ਸਭ ਤੋਂ ਛੋਟੇ ਪੁੱਤਰ ਵਜੋਂ ਹੁੰਦਾ ਹੈ। ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ, ਅਡੋਲਤਾ ਅਤੇ ਸਿੱਦਕ ਦੇ ਭਾਵ ਨੂੰ ਅਸੀਂ ਬਹੁਤ ਵਾਰੀ ਸੁਣਦੇ ਪੜ੍ਹਦੇ ਹਾਂ, ਪਰ ਗੁਰੂ ਸਾਹਿਬ ਜੀ ਦੇ ਬਚਪਨ ਅਤੇ ਉਸ ਤੋਂ ਬਾਅਦ ਦੇ ਜੀਵਨ ਬਾਰੇ ਅਤੇ ਗੁਰੂ ਸਾਹਿਬ ਜੀ ਦੇ ਤੇਜਸਵੀ ਰੂਪ ਬਾਰੇ ਬਹੁਤ ਘੱਟ ਚਿਤਰਣ ਹੁੰਦਾ ਹੈ। ਅੱਜ ਗੁਰੂ ਸਾਹਿਬ ਜੀ ਦੀ ਸ਼ਹਾਦਤ ਦੇ ਇਤਿਹਾਸ ਦੇ ਨਾਲ ਜਾਣਾਂਗੇ ਗੁਰੂ ਸਾਹਿਬ ਜੀ ਦੇ ਨਾਲ ਜੁੜੀਆਂ ਉਹਨਾਂ ਇਤਿਹਾਸਿਕ ਘਟਨਾਵਾਂ ਬਾਰੇ ਜੋ ਆਪ ਜੀ ਦੇ ਨਿਡਰ, ਨਿਰਮਲ, ਅਡੋਲ ਅਤੇ ਨਿਮਰਤਾ ਵਾਲੇ ਸੁਭਾਅ ਨੂੰ ਬਿਆਨ ਕਰਦੀਆਂ ਨੇ। ਇਤਿਹਾਸ ਦੇ ਅਨੁਸਾਰ ਘਰ ਵਿੱਚ ਸਭ ਤੋਂ ਛੋਟੇ ਪੁੱਤਰ ਹੋਣ ਦੇ ਨਾਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਗੁਰੂ ਤੇਗ ਬਹਾਦਰ ਜੀ ਦੇ ਨਾਲ ਬੜਾ ਪਿਆਰ ਸੀ। ਗੁਰੂ ਤੇਗ ਬਹਾਦਰ ਜੀ ਦੀ ਉਮਰ 4 ਸਾਲ ਹੁੰਦੀ ਹੈ ਜਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਭ ਤੋਂ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਵਿਆਹ ਹੁੰਦਾ ਹੈ। ਵਿਆਹ ਮੌਕੇ ਬਰਾਤ ਜਦ ਤਿਆਰ ਹੋ ਰਹੀ ਹੁੰਦੀ ਹੈ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਬੜੇ ਵਧੀਆ ਢੰਗ ਦੇ ਨਾਲ ਤਿਆਰ ਕੀਤਾ ਜਾਂਦਾ ਹੈ। ਹੱਥਾਂ ਦੇ ਵਿੱਚ ਸੋਨੇ ਦੇ ਕੜੇ ਅਤੇ ਸੁੰਦਰ ਪੋਸ਼ਾਕ ਪਹਿਨਾਈ ਜਾਂਦੀ ਹੈ। ਬਰਾਤ ਤਿਆਰ ਹੋ ਰਹੀ ਹੁੰਦੀ ਹੈ ਤਾਂ 4 ਸਾਲਾਂ ਦੀ ਗੁਰੂ ਤੇਗ ਬਹਾਦਰ ਜੀ ਬਾਹਰ ਖੇਡਣ ਚਲੇ ਜਾਂਦੇ ਨੇ। ਬਾਹਰ ਇੱਕ ਬੱਚਾ ਰੋ ਰਿਹਾ ਹੁੰਦਾ ਹੈ। ਗੁਰੂ ਜੀ ਉਸ ਨੂੰ ਕਾਰਨ ਪੁੱਛਦੇ ਨੇ। ਬੱਚਾ ਕਹਿੰਦਾ ਹੈ ਕਿ ਤੇਰੇ ਸੁੰਦਰ ਬਸਤਰ ਪਹਿਨੇ ਨੇ, ਮੇਰੇ ਕੋਲ ਪਹਿਨਣ ਲਈ ਕੱਪੜੇ ਨਹੀਂ, ਘਰ ਦੇ ਵਿੱਚ ਪਾਉਣ ਨੂੰ ਕੱਪੜਾ ਨਹੀਂ ਹੈ। ਗੁਰੂ ਸਾਹਿਬ ਆਪਣੀ ਪੋਸ਼ਾਕ, ਆਪਣੇ ਕੰਗਣ ਸਮੇਤ ਆਪਣੇ ਬਸਤਰ ਬੱਚੇ ਨੂੰ ਦੇ ਆਉਂਦੇ ਨੇ ਅਤੇ ਨੰਗੇ ਪਿੰਡੇ ਘਰ ਵਾਪਸ ਆ ਜਾਂਦੇ ਨੇ। ਉਸ ਸਮੇਂ ਮਾਤਾ ਨਾਨਕੀ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਦੇਖਿਆ ਆਪਣੇ ਲਾਲ ਨੂੰ ਬਰਾਤ ਜਾਣ ਦੀ ਤਿਆਰੀ ਵਿੱਚ ਹੈ ਤੇ ਆਪਣੇ ਬਸਤਰ ਕਿਸੇ ਹੋਰ ਨੂੰ ਦੇ ਕੇ ਨੰਗੇ ਪਿੰਡੇ ਘਰ ਵਾਪਸ ਆ ਗਿਆ ਹੈ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ਦੇ ਬਸਤਰ ਨਵੇਂ ਪਾ ਦਿੱਤੇ ਜਾਂਦੇ ਨੇ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਾਤਾ ਨਾਨਕੀ ਜੀ ਨੂੰ ਕਹਿੰਦੇ ਨੇ ਕਿ ਅੱਜ ਜੇ ਮੇਰਾ ਲਾਡਲਾ ਪੁੱਤ ਕਿਸੇ ਬੇਲਿਵਾਸੇ ਨੂੰ ਲਿਵਾਸ ਦੇਣ ਵਾਸਤੇ ਆਪਣੇ ਲਿਵਾਸ ਦੇ ਆਇਆ ਹੈ ਤਾਂ ਮੈਨੂੰ ਵਿਸ਼ਵਾਸ ਹੈ ਕਿ ਕੱਲ ਨੂੰ ਕਿਸੇ ਦੇ ਵਿਸ਼ਵਾਸ ਅਤੇ ਲਿਬਾਸ ਦੇ ਲਈ ਇਹ ਆਪਣੇ ਸਵਾਸ ਵੀ ਦੇ ਕੇ ਆਵੇਗਾ। ਸ਼ਾਇਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਪਹਿਲਾਂ ਤੋਂ ਇਹ ਇਲਮ ਸੀ ਕਿ ਉਹਨਾਂ ਦੇ ਪੁੱਤਰ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅੱਗੇ ਜਾ ਕੇ ਅਜਿਹੀ ਕੁਰਬਾਨੀ ਦੇਣੀ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਪੂਰੀ ਸ੍ਰਿਸ਼ਟੀ ਦੀ ਚਾਦਰ ਬਣਨਾ ਹੈ। ਲਗਭਗ 13-14 ਸਾਲ ਦੀ ਉਮਰ ਦੇ ਵਿੱਚ ਗੁਰੂ ਪਾਤਸ਼ਾਹ ਜੀ ਦਾ ਆਨੰਦ ਕਾਰਜ ਮਾਤਾ ਬਿਸ਼ਨ ਕੌਰ ਅਤੇ ਪਿਤਾ ਲਾਲ ਚੰਦ ਦੀ ਪੁੱਤਰੀ ਮਾਤਾ ਗੁਜਰੀ ਜੀ ਦੇ ਨਾਲ ਕਰਤਾਰਪੁਰ ਸਾਹਿਬ ਵਿਖੇ ਹੁੰਦਾ ਹੈ। ਬਾਲ ਅਵਸਥਾ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦਾ ਸਿੱਦਕ ਅਤੇ ਨਿਡਰਤਾ ਬੇਮਿਸਾਲ ਹੈ। ਵਿਆਹ ਦੇ ਕੁਝ ਮਹੀਨਿਆਂ ਤੋਂ ਬਾਅਦ ਹੀ ਕਰਤਾਰਪੁਰ ਸਾਹਿਬ ਪੈਂਦੇ ਖਾਂ ਅਤੇ ਕਾਲੇ ਖਾਂ ਹਮਲਾ ਕਰ ਦਿੰਦੇ ਨੇ। ਮਾਰਚ ਮਹੀਨੇ ਦਾ ਸਮਾਂ ਹੈ ਤੇ ਕਰਤਾਰਪੁਰ ਸਾਹਿਬ ਦੇ ਬਾਜ਼ਾਰਾਂ ਦੇ ਵਿੱਚ ਜੰਗ ਸ਼ੁਰੂ ਹੋ ਜਾਂਦੀ ਹੈ। ਮਾਤਾ ਗੁਜਰੀ ਜੀ ਦੇ ਧਨ ਜਿਗਰੇ ਨੂੰ ਦੇਖੋ ਕਿ ਵਿਆਹ ਦੇ ਕੁਝ ਮਹੀਨਿਆਂ ਤੋਂ ਬਾਅਦ ਹੀ ਮਾਤਾ ਗੁਜਰੀ ਜੀ ਆਪਣੀ ਸੱਸ ਮਾਤਾ ਨਾਨਕੀ ਜੀ ਦੇ ਨਾਲ ਖਲੋ ਕੇ ਮੈਦਾਨੀ ਜੰਗ ਦੇ ਵਿੱਚ ਆਪਣੇ 13 ਸਾਲਾਂ ਦੇ ਪਤੀ ਨੂੰ ਜੂਝਦੇ ਹੋਏ ਦੇਖਦੇ ਨੇ। ਜੰਗ ਦੇ ਵਿੱਚ ਪੈਂਦੇ ਖਾਂ ਮਾਰਿਆ ਜਾਂਦਾ ਹੈ ਅਤੇ ਜੰਗ ਜਿੱਤੀ ਜਾਂਦੀ ਹੈ। ਜੰਗ ਤੋਂ ਬਾਅਦ ਹੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪ ਜੀ ਦਾ ਨਾਮ ਤੇਗ ਬਹਾਦਰ ਰੱਖਿਆ ਸੀ
ਅਤੇ ਇਸ ਤੋਂ ਪਹਿਲਾਂ ਆਪ ਜੀ ਦਾ ਨਾਮ ਤਿਆਗਮਲ ਸੀ। ਜਦ 8ਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਅਕਾਲ ਚਲਾਣਾ ਕਰ ਜਾਂਦੇ ਨੇ ਤਾਂ ਉਹਨਾਂ ਦੇ ਆਖਰੀ ਸ਼ਬਦ ਹੁੰਦੇ ਨੇ ਕਿ ਬਾਬਾ ਬਕਾਲੇ। ਉਸ ਸਮੇਂ ਤੱਕ ਕਾਫੀ ਸਮੇਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲੇ ਰਹਿ ਰਹੇ ਹੁੰਦੇ ਨੇ। 8ਵੇਂ ਪਾਤਸ਼ਾਹ ਜੀ ਦੇ ਬਾਬੇ ਬਕਾਲੇ ਦੇ ਬਚਨ ਤੋਂ ਬਾਅਦ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਕ ਕੀਤੀ ਹੋਈ ਬੀੜ ਧੀਰ ਮੱਲੀਆਂ ਕੋਲ ਸੀ, ਜਿਸ ਦੇ ਚਲਦਿਆਂ ਉਹ ਖੁਦ ਨੂੰ ਹੱਕਦਾਰ ਸਮਝਦੇ ਹੋਏ ਗੁਰਤਾ ਗੱਦੀ ਦੇ ਮਾਲਕ ਬਣ ਜਾਂਦੇ ਨੇ। ਬਾਬਾ ਮੱਖਣ ਸ਼ਾਹ ਲੁਬਾਣਾ ਜੀ, ਜਿਨ੍ਹਾਂ ਦਾ ਪਰਿਵਾਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਸਿੱਖੀ ਦੇ ਨਾਲ ਜੁੜਿਆ ਹੋਇਆ ਸੀ, ਗੁਰੂ ਲਾਦੋ ਰੇ ਦੀ ਆਵਾਜ਼ ਉਠਾਉਂਦੇ ਨੇ ਅਤੇ ਫਿਰ ਗੁਰੂ ਜੀ ਨੂੰ ਗੁਰਤਾ ਗੱਦੀ ਦਾ ਵਾਰਿਸ ਥਾਪਿਆ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਰਾਹ ਤੇ ਚੱਲਦਿਆਂ ਪ੍ਰਚਾਰਕ ਫੇਰੀ ਤੇ ਚਲੇ ਜਾਂਦੇ ਨੇ। ਗੁਰੂ ਸਾਹਿਬ ਨੇ ਪ੍ਰਚਾਰ ਕਰਦੇ ਹੋਏ ਰਸਤੇ ਦੇ ਵਿੱਚ ਅਨੇਕਾਂ ਦੀਨ ਦੁਖੀਆਂ ਦੇ ਦਰਦਾਂ ਨੂੰ ਹਰਿਆ ਅਤੇ ਅੱਗੇ ਵਧਦੇ ਗਏ। ਗੁਰੂ ਜੀ ਅਸਾਮ ਜਾਂਦੇ ਨੇ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ਨੂੰ ਰਾਜਾ ਰਾਮ ਸਿੰਘ ਮਿਲਦਾ ਹੈ। ਰਾਜਾ ਰਾਮ ਸਿੰਘ ਨੂੰ ਔਰੰਗਜ਼ੇਬ ਨੇ ਅਸਾਮ ਭੇਜਿਆ ਸੀ ਅਤੇ ਉਸ ਨੂੰ ਕਿਸੇ ਸਜ਼ਾ ਤਹਿਤ ਔਰੰਗਜ਼ੇਬ ਦੁਆਰਾ ਇਹ ਆਦੇਸ਼ ਦਿੱਤਾ ਗਿਆ ਸੀ ਕਿ ਉਹ ਅਸਾਮ ਦੇ ਵਿੱਚ ਕਾਮਰੂਪ ਦੇ ਇਲਾਕੇ ਨੂੰ ਜਿੱਤ ਕੇ ਆਵੇ। ਰਾਜਾ ਰਾਮ ਸਿੰਘ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਦਾ ਹੈ ਕਿ ਪਾਤਸ਼ਾਹ, ਮੈਨੂੰ ਇੱਥੋਂ ਦੇ ਬਾਦਸ਼ਾਹਾਂ ਅਤੇ ਉਹਨਾਂ ਨਾਲੋਂ ਉਹਨਾਂ ਦੇ ਜਾਦੂਗਰਾਂ ਦੇ ਮੰਤਰਾਂ ਤੋਂ ਡਰ ਲੱਗਦਾ ਹੈ। ਪਰ ਗੁਰੂ ਤੇਗ ਬਹਾਦਰ ਜੀ ਆਪਣੇ ਉੱਚੇ ਰਾਜਨੀਤਿਕ ਕੱਦ ਅਤੇ ਤੀਖਣ ਬੁੱਧੀ ਦੇ ਨਾਲ ਰਾਜਾ ਰਾਮ ਸਿੰਘ ਅਤੇ ਬ੍ਰਹਮਪੁਰ ਬ੍ਰਹਮਾ ਦੇ ਬਾਦਸ਼ਾਹ ਵਿਚਕਾਰ ਸੁਲਾਹ ਕਰਵਾ ਦਿੰਦੇ ਨੇ ਅਤੇ ਜੰਗ ਨਹੀਂ ਹੋਣ ਦਿੰਦੇ। ਇਸ ਸਮੇਂ ਦੌਰਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਾ ਸੁਨੇਹਾ ਮਿਲਦਾ ਹੈ। ਗੁਰੂ ਜੀ ਵਾਪਸ ਹੁਕਮਨਾਮਾ ਭੇਜਦੇ ਨੇ ਕਿ ਉਹਨਾਂ ਦੇ ਪੁੱਤਰ ਦਾ ਨਾਮ ਗੋਬਿੰਦ ਰਾਏ ਰੱਖਿਆ ਜਾਵੇਗਾ। 1674 ਦੇ ਵਿੱਚ ਔਰੰਗਜ਼ੇਬ ਮੁਸਲਿਮ ਰਾਜ ਬਣਾਉਣ ਦਾ ਐਲਾਨ ਕਰ ਦਿੰਦਾ ਹੈ। ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਪਸ ਅਨੰਦਪੁਰ ਸਾਹਿਬ ਆ ਗਏ ਸਨ। ਔਰੰਗਜ਼ੇਬ ਹਿੰਦੂ ਧਾਰਮਿਕ ਸਥਾਨਾਂ ਤੇ ਜਜ਼ੀਆ ਲਾਗੂ ਕਰ ਦਿੰਦਾ ਹੈ ਅਤੇ ਹਿੰਦੂਆਂ ਨੂੰ ਧਰਮ ਪਰਿਵਰਤਨ ਦੇ ਲਈ ਤਸੀਹੇ ਦੇਣੇ ਸ਼ੁਰੂ ਕੀਤੇ ਜਾਂਦੇ ਨੇ। ਉਸ ਸਮੇਂ ਕਸ਼ਮੀਰ ਦੇ ਵਿੱਚ ਹਿੰਦੂ ਵਿਦਵਾਨਾਂ ਦੀ ਬਹੁਤ ਗਿਣਤੀ ਸੀ। ਔਰੰਗਜ਼ੇਬ ਕਈ ਕਾਰਨਾਂ ਕਰਕੇ ਕਸ਼ਮੀਰ ਨੂੰ ਚੁਣਦਾ ਹੈ, ਜਿੱਥੇ ਸਭ ਤੋਂ ਪਹਿਲਾਂ ਹਿੰਦੂਆਂ ਨੂੰ ਧਰਮ ਪਰਿਵਰਤਨ ਦੇ ਲਈ ਤਸੀਹੇ ਦੇਣੇ ਸ਼ੁਰੂ ਕੀਤੇ ਜਾਂਦੇ ਨੇ। ਔਰੰਗਜ਼ੇਬ ਕਸ਼ਮੀਰ ਦੇ ਉੱਪਰ ਸ਼ੇਰ ਅਫਗਾਨ ਖਾਨ ਨੂੰ ਗਵਰਨਰ ਨਿਯੁਕਤ ਕਰ ਦਿੰਦਾ ਹੈ ਅਤੇ ਹੁਕਮ ਦੀ ਤਾਮੀਲ ਕਰਨ ਦਾ ਆਦੇਸ਼ ਦੇ ਦਿੱਤਾ ਜਾਂਦਾ ਹੈ। ਸ਼ੇਰ ਅਫਗਾਨ ਖਾਨ ਦੇ ਤਸ਼ੱਦਦ, ਜ਼ੁਲਮ ਅਤੇ ਧਰਮ ਪਰਿਵਰਤਨ ਦੇ ਲਈ ਦਿੱਤੇ ਜਾਂਦੇ ਤਸੀਹਿਆਂ ਦੇ ਚਲਦਿਆਂ ਕਸ਼ਮੀਰੀ ਪੰਡਤਾਂ ਦੇ ਲਈ ਉਸ ਦਰਦ ਭਰੇ ਔਖੇ ਦੌਰ ਦੇ ਵਿੱਚ ਸਿਰਫ ਇੱਕ ਗੁਰੂ ਤੇਗ ਬਹਾਦਰ ਜੀ ਆਸ ਦੀ ਕਿਰਨ ਬਣਦੇ ਨੇ। ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਕਸ਼ਮੀਰੀ ਪੰਡਤਾਂ ਦਾ ਇੱਕ ਜੱਥਾ 25 ਮਈ 1675 ਨੂੰ ਗੁਰੂ ਤੇਗ ਬਹਾਦਰ ਜੀ ਕੋਲ ਮਦਦ ਦੀ ਗੁਹਾਰ ਲੈ ਕੇ ਆਉਂਦਾ ਹੈ। ਜਦ ਪੰਡਿਤ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਆਪਣੇ ਦੁਖੜਿਆਂ ਨੂੰ ਰੋ ਰਹੇ ਹੁੰਦੇ ਨੇ ਤਾਂ ਕੋਲ ਬੈਠੇ 8 ਸਾਲਾਂ ਦੇ ਬਾਲ ਗੁਰੂ ਗੋਬਿੰਦ ਜੀ ਆਪਣੇ ਪਿਤਾ ਨੂੰ ਪੁੱਛਦੇ ਨੇ ਕਿ ਇਸ ਮੁਸ਼ਕਿਲ ਦਾ ਹੱਲ ਕੀ ਹੈ। ਤਾਂ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਵਾਬ ਦਿੰਦੇ ਨੇ ਕਿ ਇਹ ਸਮਾਂ ਕਿਸੇ ਮਹਾਪੁਰਸ਼ ਦੀ ਮਹਾਨ ਕੁਰਬਾਨੀ ਦੀ ਮੰਗ ਕਰਦਾ ਹੈ। ਤਾਂ ਅੱਗੋਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਿਤਾ ਜੀ, ਤੁਹਾਡੇ ਤੋਂ ਵੱਡਾ ਮਹਾਪੁਰਖ ਹੋਰ ਕੌਣ ਹੋ ਸਕਦਾ ਹੈ। ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਇਨ੍ਹਾਂ ਬਹਾਦਰੀ ਭਰੇ ਸ਼ਬਦਾਂ ਨੂੰ ਸੁਣਨ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ ਸੌਂਪ ਕੇ ਖੁਦ ਦਿੱਲੀ ਚਾਲੇ ਪਾ ਦਿੰਦੇ ਨੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਆਗਰੇ ਤੋਂ ਔਰੰਗਜ਼ੇਬ ਦੀ ਫੌਜ ਦੁਆਰਾ ਗ੍ਰਿਫਤਾਰ ਕੀਤਾ ਜਾਂਦਾ ਹੈ। ਗੁਰੂ ਸਾਹਿਬ ਜੀ ਨੂੰ ਕੁਝ ਦਿਨ ਦਿੱਲੀ ਦੀ ਇੱਕ ਪੁਰਾਣੀ ਹਵੇਲੀ ਦੇ ਵਿੱਚ ਰੱਖਿਆ ਜਾਂਦਾ ਹੈ। ਗੁਰੂ ਸਾਹਿਬ ਜੀ ਦੇ ਨਾਲ ਦੇ ਸਿੰਘਾਂ ਭਾਈ ਮਤੀ ਦਾਸ, ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਦੀਆਂ ਸ਼ਹਾਦਤਾਂ ਹੁੰਦੀਆਂ ਨੇ ਅਤੇ ਫਿਰ ਗੁਰੂ ਪਾਤਸ਼ਾਹ ਜੀ ਨੂੰ ਚਾਂਦਨੀ ਚੌਕ ਦੀ ਕੋਤਵਾਲੀ ਦੇ ਵਿੱਚ ਰੱਖਿਆ ਜਾਂਦਾ ਹੈ, ਜਿੱਥੇ ਇੱਕ ਪਿੰਜਰੇ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਜਾਂਦਾ ਹੈ। ਔਰੰਗਜ਼ੇਬ ਦੁਆਰਾ ਗੁਰੂ ਤੇਗ ਬਹਾਦਰ ਜੀ ਦੇ ਅੱਗੇ ਮੁਸਲਿਮ ਧਰਮ ਨੂੰ ਕਬੂਲ ਕਰਨ ਅਤੇ ਆਪਣੀ ਜ਼ਿੰਦਗੀ ਨੂੰ ਬਚਾਉਣ ਦਾ ਪ੍ਰਸਤਾਵ ਰੱਖਿਆ ਜਾਂਦਾ ਹੈ। ਜਦ ਕਾਜ਼ੀ ਉਹਨਾਂ ਨੂੰ ਸਮਝਾਉਣ ਦਾ ਯਤਨ ਕਰਦਾ ਹੈ ਤਾਂ ਗੁਰੂ ਜੀ ਜਵਾਬ ਦਿੰਦੇ ਨੇ ਕਿ ਆਪਣੇ ਧਰਮ ਨੂੰ ਛੱਡਣ ਦੇ ਨਾਲੋਂ ਉਹ ਆਪਣੀ ਮੌਤ ਨੂੰ ਕਬੂਲ ਕਰਦੇ ਨੇ। ਔਰੰਗਜ਼ੇਬ ਗੁਰੂ ਪਾਤਸ਼ਾਹ ਜੀ ਦੇ ਸਿਰ ਨੂੰ ਕਲਮ ਕਰਨ ਦਾ ਆਦੇਸ਼ ਜਾਰੀ ਕਰ ਦਿੰਦਾ ਹੈ। ਨਵੰਬਰ 1675 ਦੇ ਵਿੱਚ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਲਸਾਨੀ ਸ਼ਹਾਦਤ ਪ੍ਰਾਪਤ ਕਰਦੇ ਨੇ। ਔਰੰਗਜ਼ੇਬ ਨੂੰ ਇਹ ਉਮੀਦ ਸੀ ਕਿ ਇਸ ਜ਼ੁਲਮ ਦੇ ਨਾਲ ਸਾਰੀ ਪਰਜਾ ਡਰ ਜਾਵੇਗੀ ਅਤੇ ਚੁੱਪਚਾਪ ਇਸਲਾਮ ਨੂੰ ਗ੍ਰਹਿਣ ਕਰ ਲਵੇਗੀ, ਪਰ ਇਹ ਸਿਰਫ ਉਸ ਦੀ ਗਲਤਫਹਿਮੀ ਸੀ, ਕਿਉਂਕਿ ਔਰੰਗਜ਼ੇਬ ਦੇ ਇਸ ਜ਼ੁਲਮ ਦੇ ਨਾਲ ਮੁਗਲ ਰਾਜ ਦੀ ਜੜ ਪੁੱਟੀ ਗਈ ਸੀ। ਗੁਰੂ ਜੀ ਦੀ ਸ਼ਹੀਦੀ ਤੋਂ ਲਗਭਗ 30 ਵਰ੍ਹਿਆਂ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਗਏ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਦੇ ਵਿੱਚ ਸਦੀਆਂ ਤੋਂ ਲਤਾੜੇ, ਸਤਾਏ ਅਤੇ ਲੁੱਟੇ ਜਾ ਰਹੇ ਲੋਕ ਮੈਦਾਨ ਦੇ ਵਿੱਚ ਨਿਕਲੇ ਅਤੇ ਚਟਾਨ ਵਾਂਗ ਮਜ਼ਬੂਤ ਸਮਝੇ ਜਾਂਦੇ ਮੁਗਲਿਆ ਰਾਜ ਦੀ ਜੜ੍ਹਾਂ ਨੂੰ ਉਖੇੜ ਦਿੱਤਾ ਗਿਆ। ਬੇਚੈਨ ਅਤੇ ਵਿਆਕੁਲ ਵਿਕਾਰਾਂ ਵਾਲੀ ਇਸ ਦੁਨੀਆ ਦੇ ਵਿੱਚ ਸਦੀਵੀ ਸ਼ਾਂਤੀ ਦਾ ਸੰਦੇਸ਼ ਦੇਣ ਵਾਲੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਫਰਮਾਨ ਹੈ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਪਹਿਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੇ ਹੁਣ ਪਿਛਲੇ ਹਫਤੇ ਦਾ ਸੈਗਮੈਂਟ ਅਨੂਜਾ ਸ਼ਰਮਾ ਜੀ ਦੇ ਨਾਲ ਗੁਰਪ੍ਰੀਤ ਘੁੱਗੀ ਹੋਣਾ ਦੀ ਜਿਹੜੀ ਬੜੀ ਹੀ ਰੌਚਕ ਗੱਲਬਾਤ ਤੁਸੀਂ ਪਸੰਦ ਕੀਤੀ, ਉਸ ਦਾ ਬਾਕੀ ਦਾ ਹਿੱਸਾ ਪੇਸ਼ ਕਰੀਏ। ਉਸ ਤੋਂ ਪਹਿਲਾਂ ਮੈਂ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਖਾਸ ਤੌਰ ਤੇ ਗੁਰਿੰਦਰਬੀਰ ਸਿੰਘ, ਜਿਹੜਾ ਕਿ ਜਲੰਧਰ ਦਾ ਐਥਲੀਟ ਹੈ, ਗਰੀਬ ਹੈ, ਪਰ ਸਾਧਨਾ ਦੀ ਕਮੀ ਹੋਣ ਕਰਕੇ ਉਸ ਨੂੰ ਬੜੀਆਂ ਦਿੱਕਤਾਂ ਆ ਰਹੀਆਂ ਹਨ। ਇੰਨਾ ਕਾਬਲ ਹੈ ਕਿ ਉਹ ਸੋਨੇ ਦੇ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਦੇ ਵਿੱਚ ਪਾ ਸਕਦਾ ਹੈ, ਕੌਮ ਦਾ ਨਾਂ ਉੱਚਾ ਕਰ ਸਕਦਾ ਹੈ। ਬਹੁਤ ਸਾਰੇ ਸਾਡੇ ਦਰਸ਼ਕਾਂ ਦੇ ਜਿਹੜੇ ਮਨ ਪਸੀਜੇ ਗਏ, ਉਹਨਾਂ ਨੇ ਉਹਨਾਂ ਦਾ ਟੈਲੀਫੋਨ ਨੰਬਰ ਮੰਗਿਆ ਤਾਂ ਕਿ ਉਹ ਉਸ ਦੀ ਮਦਦ ਕਰ ਸਕਣ। ਇਸ ਵੇਲੇ ਸਕਰੀਨ ਤੇ ਗੁਰਿੰਦਰਬੀਰ ਸਿੰਘ ਉਹਨਾਂ ਦਾ ਨੰਬਰ ਦਿੱਤਾ ਗਿਆ ਹੈ। ਜਿਹੜੇ ਵੀ ਸਾਡੇ ਦਰਸ਼ਕ ਉਹਨਾਂ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹਨ, ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹਨ, ਇੱਥੋਂ ਨੰਬਰ ਨੋਟ ਕਰ ਸਕਦੇ ਹਨ। ਪੇਸ਼ ਹੈ ਪਿਛਲੇ ਹਫਤੇ ਦੀ ਗੁਰਪ੍ਰੀਤ ਘੁੱਗੀ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਸੀ, ਉਸ ਦਾ ਬਾਕੀ ਦਾ ਹਿੱਸਾ। ਤੇ ਘੁੱਗੀ ਜੀ, ਅਗਰ ਗੱਲ ਕੀਤੀ ਜਾਵੇ ਫਿਲਮਾਂ ਦੀ, ਤੇ ਜਿਹੜਾ ਤੁਸੀਂ ਇੰਨੇ ਰੋਲਸ ਕੀਤੇ ਨੇ, ਹਰ ਫਿਲਮ 'ਚ ਵੱਖਰਾ ਰੋਲ, ਵੱਖਰੀ ਅਦਾਕਾਰੀ ਔਰ ਬਹੁਤ ਨਵੇਕਲੇ ਢੰਗ ਨਾਲ ਕੀਤੀ ਹੈ ਤੁਸੀਂ, ਕਿਹੜਾ ਰੋਲ ਐਸਾ ਲੱਗਾ ਜਿਹੜਾ ਤੁਹਾਨੂੰ ਲੱਗਾ ਹੋਵੇ ਕਿ ਇਹ ਮੈਨੂੰ ਸਭ ਤੋਂ ਜ਼ਿਆਦਾ ਡਿਫਿਕਲਟ ਲੱਗਾ ਰੋਲ ਤੇ ਇਹਦੇ ਵਾਸਤੇ ਮੈਂ ਬਹੁਤ ਪ੍ਰੈਕਟਿਸ ਕੀਤੀ ਸੀ? ਡਿਫਿਕਲਟ ਤਾਂ ਕੁਝ ਨਹੀਂ ਲੱਗਦਾ ਜੀ, ਇੰਟਰਸਟਿੰਗ ਹੀ ਲੱਗਦਾ। ਤਾਂ ਹੀ ਹੁੰਦਾ, ਜੇ ਡਿਫਿਕਲਟ ਲੱਗੇਗਾ ਹੋਏਗਾ ਹੀ ਨਹੀਂ। ਬਿਲਕੁਲ। ਪਰ ਕੰਸੰਟਰੇਸ਼ਨ, ਹਾਂ, ਕੋਈ ਕਰੈਕਟਰ ਐਸਾ ਨਾ ਜਿਹੜਾ ਤੁਹਾਡੀ ਬਹੁਤ ਕੰਸੰਟਰੇਸ਼ਨ ਮੰਗਦਾ ਹੈ, ਕੋਈ ਕਰੈਕਟਰ ਹੁੰਦਾ ਜਿਹੜਾ ਇਨਵੋਲਵਮੈਂਟ ਮੰਗਦਾ ਵੀ ਤੁਸੀਂ ਇਨਵੋਲਵ ਹੋ ਜਾਓ ਉਸ ਕਰੈਕਟਰ ਦੇ ਵਿੱਚ। ਕੰਸੰਟਰੇਸ਼ਨ ਤੇ ਇਨਵੋਲਵਮੈਂਟ 'ਚ ਵੀ ਫਰਕ ਹੈ। ਇਨਵੋਲਵ ਤਾਂ ਹੋ ਗਿਆ, ਮੈਂ ਉਹਨੂੰ ਪਰਫਾਰਮ ਕਰਨ ਲੱਗ ਗਿਆ, ਮੈਂ ਬਿਹੇਵ ਕਰ ਰਿਹਾ ਉੱਦਾਂ ਹੀ, ਤੇ ਉਹ ਆਪਣੇ ਆਪ ਕਰੈਕਟਰ ਨਿਕਲ ਰਿਹਾ। ਕੰਸੰਟਰੇਸ਼ਨ ਦਾ ਮਤਲਬ ਇਹ ਹੁੰਦਾ ਕਿ ਮੈਨੂੰ ਧਿਆਨ ਰੱਖਣਾ ਪੈਂਦਾ ਕਿ ਮੈਂ ਇੱਕ ਕਦਮ ਅੱਗੇ ਤਾਂ ਨਹੀਂ ਜਾ ਰਿਹਾ ਕਰੈਕਟਰ ਤੋਂ, ਜਾਂ ਮੈਂ ਪਿੱਛੇ ਤਾਂ ਨਹੀਂ ਰਹਿ ਗਿਆ ਕਿਤੇ। ਉਹ ਫਿਲਮ ਸੀ ਮੇਰੀ ਅਰਦਾਸ। ਅੱਛਾ। ਮਾਸਟਰ ਗੁਰਮਤ ਸਿੰਘ ਦਾ ਕਰੈਕਟਰ ਕਰਦੇ ਮੈਨੂੰ ਬਹੁਤ ਆਪਣੇ ਆਪ ਨੂੰ ਸੰਤੁਲਿਤ ਰੱਖਣਾ ਪਿਆ, ਬੜਾ ਫੋਕਸ ਕਰਕੇ ਕੰਸੰਟਰੇਸ਼ਨ ਨਾਲ ਕੰਮ ਕੀਤਾ। ਮੁੰਡੇ ਯੂਕੇ ਦੇ ਫਿਲਮ ਦੇ ਵਿੱਚ ਮੈਂ ਇਨਵੋਲਵਮੈਂਟ ਬਹੁਤ ਬਣਾਈ ਸੀ, ਡੀਜੇ ਵਾਲਾ ਕਿੱਦਾਂ ਕਿ ਮੈਂ ਕਿਹੜੀ ਲੰਡਨ ਦੀ ਭਾਸ਼ਾ ਬੋਲਦਾ ਮੁੰਡਾ, ਕਿਤੇ ਸਟਾਈਲ ਆ ਉਹਦਾ, ਉਹਨੂੰ ਨੋਟ ਕਰਨਾ, ਮੈਂ ਉਹਨੂੰ ਕਿਤੇ ਕੀਤਾ। ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਇਨਵੋਲਵਮੈਂਟ ਸੀ। ਪਰ ਜੇ ਮੈਂ ਗੱਲ ਕਰਾਂ ਕਿ ਵਾਕਈ ਕਿਸੇ ਕਰੈਕਟਰ 'ਤੇ ਮੈਨੂੰ ਮਿਹਨਤ ਕਰਨੀ ਪਈ ਸੀ, ਤਾਂ ਉਹ ਮੈਂ ਇੱਕ ਫਿਲਮ ਮਿਊਜ਼ਿਕ ਵੇਵ ਕੰਪਨੀ ਨੇ ਬਣਾਈ ਸੀ, ਮੇਰੇ ਖਿਆਲ ਨਾਲ ਰੈਡ FM ਉਹਨਾਂ ਦਾ ਹੀ ਹੈ ਨਾ, ਅਤੇ ਇਹਨਾਂ ਦੀ ਫਿਲਮ ਕੀਤੀ ਸੀ ਮੈਂ, ਜੱਗ ਜਿਉਂਦਿਆਂ ਦੇ ਮੇਲੇ। ਉਹਦੇ 'ਚ ਮੈਂ ਡਬਲ ਰੋਲ ਕੀਤਾ ਸੀ। ਉਹ ਮੇਰੇ ਲਈ ਬੜਾ ਡਿਫਿਕਲਟ ਸੀ, ਕਿਉਂਕਿ ਉਹਦੇ 'ਚ ਜੇ ਤੁਸੀਂ ਫਿਲਮ ਦੇਖੋਗੇ ਜੱਗ ਜਿਉਂਦਿਆਂ ਦੇ ਮੇਲੇ, ਤੇ ਮੈਂ ਸਕਰੀਨ ਦੇ ਉੱਤੇ ਦੋ ਕਰੈਕਟਰ ਗੱਲ ਕਰ ਰਹੇ ਨੇ, ਉਹ ਦੋਵੇਂ ਮੈਂ ਹੀ ਹਾਂ, ਜਿਹੜਾ ਕਿ ਮੈਂ ਕਦੇ ਪੰਜਾਬੀ ਫਿਲਮ 'ਚ ਅੱਗੇ ਕੀਤਾ ਨਹੀਂ ਸੀ। ਫਿਕਰ ਨਾ ਕਰ ਬਾਪੂ, ਇਹਨੂੰ ਜਦੋਂ ਕਾਸਟਿਕ ਸੋਡੇ ਨਾਲ ਧੋਲਿਆ ਨਾ, ਦੋ ਵਾਰੀ ਇਹੀ ਨਿਖਰ ਜਾਣੀ ਆ। ਦੇਖੀ ਕਿਵੇਂ 1000 ਵਾਟ ਦੇ ਬਲਬ ਵਾਂਗੂ ਚਮਕਦੀ ਆ। ਜੇ ਨਾ ਚਮਕੀ ਮਤਲਬ ਫਿਊਜ਼ ਹੋ ਗਈ, ਫੇ ਇਹ ਤਾਂ ਬਾਪੂ ਫੇ ਉਹੀ ਗੱਲ ਐ, ਲਿਖੀਆਂ ਲੇਖਦੀਆਂ ਭੋਗ ਮਨਾ ਚਿੱਤ ਲਾ ਕੇ। ਇਹ ਤੂੰ ਕੀ ਕਾਲੀ ਵਿਆਹ ਲਿਆਇਆ ਪੁੱਤੀ? ਸੋ ਉਹ ਬੜੀ, ਜਿਹੜਾ ਉਹਦੇ 'ਚ ਬਜ਼ੁਰਗ ਵਾਲਾ ਕਰੈਕਟਰ ਸੀ, ਜਿਹੜਾ ਮੁਨੀਮ ਹੈ ਸੰਗਰੂਰ ਦੇ ਕਿਸੇ ਇੰਟੀਰੀਅਰ 'ਚ ਆ ਕੇ ਕਿਸੇ ਪਿੰਡ ਦੇ ਸਰਦਾਰਾਂ ਦਾ, ਉਹਦੀ ਭਾਸ਼ਾ ਤੇ ਉਹਦਾ ਮੁੰਡਾ ਜਿਹੜਾ ਉਹ ਵੈਟਰਨਰੀ ਡਾਕਟਰ ਆ ਉੱਥੇ ਸਰੀ ਦੇ ਵਿੱਚ, ਉਹ ਦੋਵੇਂ ਸਕਰੀਨ ਤੇ ਖੜੇ ਨੇ, ਤੇ ਉਹ ਕਿਵੇਂ ਲੱਗਣ, ਪਿਓ ਪੁੱਤ ਲੱਗੇ, ਸੇਮ ਐਕਟਰ ਨਾ ਮੈਂ ਲੱਗੇ ਵੀ ਆ ਪਿਓ ਹੀ ਆ, ਪੁੱਤ ਹੈ, ਵਿੱਚ ਮੈਂ ਗੁਰਪ੍ਰੀਤ ਘੁੱਗੀ ਨਜ਼ਰ ਨਾ ਆਵਾਂ। ਉਦੋਂ ਥੋੜੀ ਜਿਹੀ ਐਕਸਟਰਾ ਮਿਹਨਤ ਮੈਨੂੰ ਉੱਤੇ ਕਰਨੀ ਪਈ ਸੀ ਜੀ। ਗੁਰਪ੍ਰੀਤ ਜੀ, ਜੇਕਰ ਮੈਂ ਤੁਹਾਡੇ ਤੋਂ ਪੁੱਛਾਂ, ਕਿਉਂਕਿ ਜਿਸ ਵਕਤ ਤੁਸੀਂ ਸਿਨੇਮਾ ਨੂੰ ਜੁਆਇਨ ਕੀਤਾ ਸੀਗਾ, ਤਦ ਬਹੁਤ ਵੱਖਰੇ ਤਰੀਕੇ ਦਾ ਸਿਨੇਮਾ ਚੱਲ ਰਿਹਾ ਸੀਗਾ, ਔਰ ਅੱਜ ਇਹ ਬਹੁਤ ਵੱਖਰੇ ਤਰੀਕੇ ਦਾ ਆ ਚੁੱਕਾ ਆ। ਇਹਨੂੰ ਡਿਫਰੈਂਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਇਹ ਟਰੈਵਲਿੰਗ ਹੈ ਜੀ। ਇਹਦੇ ਵਿੱਚ ਤੁਸੀਂ ਕਹੋ ਵੀ ਜਿਹੜਾ ਸ਼ਹਿਰ ਹੁਣੇ ਆਇਆ ਸੀ, ਅੱਗੋਂ ਵੀ ਉਹੀ ਸ਼ਹਿਰ ਆਏਗਾ, ਉਹੀ ਪਿੰਡ ਆਏਗਾ, ਉਹ ਨਹੀਂ ਆਉਣਾ ਜੀ। ਇਹ ਟਰੈਵਲਿੰਗ ਹੈ, ਚੀਜ਼ਾਂ ਚੱਲਦੀਆਂ ਰਹਿਣੀਆਂ, ਨਵਾਂਪਨ ਆਉਂਦਾ ਰਹਿਣਾ, ਨਵੇਂ ਲੋਕ ਆਉਣਗੇ, ਨਵੇਂ ਆਈਡੀਆਜ਼ ਲੈ ਕੇ ਆਉਣਗੇ। ਜਦੋਂ ਡਾਇਰੈਕਟਰ ਕੋਈ ਨਵਾਂ ਆਉਂਦਾ, ਰਾਈਟਰ ਕੋਈ ਨਵਾਂ ਆਉਂਦਾ ਨਾ, ਹੁਣ ਇਨ ਬਿਟਵੀਨ ਆਡੀਅנס ਵੀ ਨਵੀਂ ਆ ਚੁੱਕੀ ਹੁੰਦੀ ਹੈ। ਉਹ ਆਪਣੀ ਉਮਰ ਦੇ ਲੋਕਾਂ ਨੂੰ ਸਮਝਦੇ ਹੋਏ, ਜਾਂ ਪਰਟੀਕੂਲਰ ਆਡੀਅנס ਦੀ ਨਬਜ਼ ਨੂੰ ਸਮਝਦੇ ਹੋਏ ਨਵੇਂ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਿਹੜੇ ਕਿ ਮੋਸਟਲੀ ਕਾਮਯਾਬ ਹੁੰਦੇ ਨੇ, ਤੇ ਉਹਦੇ ਨਾਲ ਫਿਰ ਰੰਗ ਬਦਲ ਜਾਂਦਾ ਸਿਨੇਮਾ ਦਾ। ਸੋ ਕੋਈ ਵੀ ਰੰਗ ਜਿਹੜਾ ਸਿਨੇਮੇ ਦਾ ਬੁਰਾ ਨਹੀਂ ਹੈ, ਬਸ ਇਹ ਹੈ ਕਿ ਗ੍ਰੇਸਫੁਲੀ ਕੰਮ ਕਰੋ, ਗ੍ਰੇਸਫੁਲ ਸਿਨੇਮਾ ਹੋਵੇ। ਔਰ ਅੱਜ ਤੱਕ ਸਾਨੂੰ ਮਾਣ ਹੈ ਕਿ ਪੰਜਾਬੀ ਸਿਨੇਮਾ ਬਿਲੋ ਦਾ ਬੈਲਟ ਨਹੀਂ ਗਿਆ, ਲੱਚਰ ਵਲਗਰ ਕਦੇ ਨਹੀਂ ਹੋਇਆ। ਇਹਨੂੰ ਬਣਾ ਕੇ ਰੱਖੇ ਪੰਜਾਬੀ ਸਿਨੇਮਾ, ਆਪਣੀ ਸ਼ਾਖ ਨੂੰ ਬਰਕਰਾਰ ਰੱਖੇ, ਹੋਰ ਆਪਾਂ ਨੂੰ ਕੀ ਚਾਹੀਦਾ। ਗੁਰਪ੍ਰੀਤ ਜੀ, ਇੱਕ ਦਰਸ਼ਕਾਂ ਦਾ ਬਹੁਤ ਵੱਡਾ ਸਵਾਲ ਇਸ ਵਕਤ ਚੱਲ ਰਿਹਾ ਹੈ, ਜਿਹੜੇ ਸਾਨੂੰ ਦਰਸ਼ਕਾਂ ਨੇ ਕਿਹਾ ਹੈ ਤੁਹਾਡੇ ਤੋਂ ਪੁੱਛਣ ਨੂੰ, ਕਿ ਲੋਕ ਬਹੁਤ ਉਤਸੁਕਤਾ ਨਾਲ ਵੇਟ ਕਰ ਰਹੇ ਨੇ ਕਿ ਕਿਸ ਵਕਤ ਗੁਰਪ੍ਰੀਤ ਘੁੱਗੀ ਜੀ ਆਪਣੀ ਨਵੀਂ ਫਿਲਮ ਕੋਈ ਕੱਢਣਗੇ, ਤੇ ਕੀ ਹੁਣ ਕੋਈ ਹੈਗੀ ਹੈ ਲਾਈਨ ਦੇ ਵਿੱਚ ਆਉਣ ਵਾਲੀ ਕੋਈ ਮੂਵੀ? ਲਾਈਨ 'ਚ ਫਿਲਮ ਨਹੀਂ ਹੈ ਜੀ, ਲਾਈਨ 'ਚ ਤੇ ਫਿਲਮਾਂ ਲੱਗੀਆਂ ਹੋਈਆਂ ਨੇ, ਬਟ ਇਹ ਹੈ ਕਿ ਹੁਣ ਸਿਨੇਮਾ ਨਹੀਂ ਖੁੱਲ ਰਿਹਾ ਅਜੇ। ਥੀਏਟਰ ਖੁੱਲੇ
100% ਆਕੂਪੈਂਸੀ ਨਾਲ ਖੁੱਲੇ ਤਾਂ ਹੀ ਸਿਨੇਮਾ ਜਿਹੜਾ ਉਹ ਕਾਮਯਾਬ ਹੈ। ਫਿਲਮ ਵੀ ਤਾਂ ਹੀ ਅਸੀਂ ਲਾਵਾਂਗੇ ਜਦੋਂ ਸਾਨੂੰ ਪਤਾ ਲੱਗੇ ਕਿ ਕੈਨੇਡਾ 'ਚ ਵੀ ਫਿਲਮ ਲੱਗਣ ਲੱਗ ਗਈ, ਅਮਰੀਕਾ 'ਚ ਵੀ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਹੈ ਨਾ, ਸਾਡੀ ਆਡੀਅנס ਸਭ ਪਾਸੇ ਹੈ। ਇੱਥੇ ਫਿਲਮ ਲਾ ਦਿਓ ਤੇ ਪੈਸੇ ਨਹੀਂ ਪੂਰੇ ਹੁੰਦੇ। ਸੋ ਪ੍ਰੋਡਿਊਸਰਸ ਆਰ ਵੇਟਿੰਗ ਫॉर ਦਾ ਰਾਈਟ ਟਾਈਮ। ਜਿੱਦਾਂ ਹੀ ਰਾਈਟ ਟਾਈਮ ਆਏਗਾ, ਬਹੁਤ ਸਾਰੀਆਂ ਫਿਲਮਾਂ ਮੇਰੀਆਂ ਆਪਣੀਆਂ 6-7 ਫਿਲਮਾਂ ਰੋਚ ਨੇ, ਜਿਨ੍ਹਾਂ 'ਚ ਪਾਣੀ 'ਚ ਮਧਾਣੀ, ਨਹੀਂ ਮੈਂ ਸੱਸ ਕੁੱਟਣੀ, ਫਿਰ ਉਹਨੂੰ ਦਾਸਤਾਨੇ ਸਰਹੰਦ, ਫਿਰ ਇੱਕ ਫਿਲਮ ਬਣੀ ਹੈ ਸਾਡੀ ਮਾਂ ਜੀ, ਤੇ ਇੱਕ ਸਾਡੀ ਫਿਲਮ ਬਣੀ ਹੈ ਕੌਣ ਹੈ ਯਾਰ ਜੀ, ਇੱਕ ਭੂਤ ਅੰਕਲ ਤੁਸੀਂ ਗ੍ਰੇਟ ਹੋ, ਤੇ ਜੇ ਮੈਂ ਯਾਦ ਕਰਨ ਲੱਗਿਆ ਤਾਂ ਹੋਰ 2-3 ਯਾਦ ਆ ਜਾਣੀਆਂ। ਸੋ ਫਿਲਮਾਂ ਇੱਕ ਇਹਨਾਂ ਰੋ ਖੜੀਆਂ ਨੇ, ਬਸ ਸਿਰਫ ਰਿਲੀਜ਼ ਦੀ ਵੇਟ ਹੈ ਕਿ ਕਦੋਂ ਸਿਨੇਮਾ ਖੁੱਲਦਾ। ਬਹੁਤ ਵੱਡਾ ਇਹ ਦਰਸ਼ਕਾਂ ਵਾਸਤੇ ਰਾਹਤ ਦਾ ਤੁਸੀਂ ਮੈਸੇਜ ਦੇ ਦਿੱਤਾ ਹੈ ਕਿ ਜਿਸ ਤਰੀਕੇ ਨਾਲ ਜਦੋਂ ਹੀ ਸਿਨੇਮਾ ਖੁੱਲਦੇ ਨੇ ਤੇ ਨਾਲ ਹੀ ਇਹ ਰੋ ਦੇ ਵਿੱਚ ਤੁਸੀਂ ਲਗਾਤਾਰ ਫਿਲਮਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ। ਸਾਡੀਆਂ ਜਿਹੜੀਆਂ ਪਹਿਲੀਆਂ ਫਿਲਮਾਂ ਨੇ ਕੋਵਿਡ 'ਚ ਲੋਕਾਂ ਨੇ 18 ਵਾਰੀ ਦੇਖ ਲਈਆਂ। ਅਸੀਂ ਚਾਹੁੰਦੇ ਹਾਂ ਕਿ ਹੁਣ ਤੁਹਾਨੂੰ ਫਰੈਸ਼ ਐਂਟਰਟੇਨਮੈਂਟ ਜਿਹੜਾ ਉਹ ਵੀ ਦਿੱਤਾ ਜਾਏ, ਔਰ ਜਿੱਦਾਂ ਹੀ ਸਿਨੇਮਾ ਖੁੱਲਦਾ ਸਾਡੀਆਂ ਫਿਲਮਾਂ ਇੱਕ ਤੋਂ ਬਾਅਦ ਇੱਕ ਕਮਾਲ ਦੀਆਂ ਫਿਲਮਾਂ ਰਿਲੀਜ਼ ਹੋਣਗੀਆਂ, ਡੋਂਟ ਵਰੀ। ਬਿਲਕੁਲ ਗੁਰਪ੍ਰੀਤ ਜੀ, ਮੇਰਾ ਆਖਰੀ ਸਵਾਲ ਤੁਹਾਡੇ ਤੋਂ, ਜੇਕਰ ਗੱਲ ਕੀਤੀ ਜਾਵੇ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਇੱਕ ਮੁੱਦਾ ਚੱਲ ਰਿਹਾ ਆ ਕਿਸਾਨੀ ਅੰਦੋਲਨ, ਔਰ ਦੇਖਿਆ ਜਾਵੇ ਤੁਸੀਂ ਉਹਦੇ ਨਾਲ ਡੇ 1 ਤੋਂ ਖੜੇ ਹੋ ਤੇ ਲੋਕਾਂ ਨੂੰ ਉਹਨੂੰ ਸਪੋਰਟ ਕਰਨ ਨੂੰ ਵੀ ਕਹਿ ਰਹੇ ਹੋ, ਤੇ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਵੀ ਕਹਿ ਰਹੇ ਹੋ ਕਿ ਜਿਹੜੇ ਵਾਇਰਲ ਮੈਸੇजेस ਹੋ ਰਹੇ ਆ ਉਹਨਾਂ ਨੂੰ ਫੋਲੋ ਨਾ ਕੀਤਾ ਜਾਵੇ, ਬਿਲਕੁਲ ਸਮਝਦਾਰੀ ਨਾਲ ਕੰਮ ਕੀਤਾ ਜਾਵੇ। ਅੱਜ ਤੁਸੀਂ ਕਿੱਥੇ ਖੜਾ ਦੇਖਦੇ ਹੋ ਕਿਸਾਨੀ ਅੰਦੋਲਨ ਨੂੰ? ਅੱਜ ਬਹੁਤ ਸਟੇਬਿਲਿਟੀ ਦੇ ਵਿੱਚ ਹੈ ਜੀ, ਜਿੱਥੇ ਹੋਣਾ ਚਾਹੀਦਾ ਸੀ ਅੰਦੋਲਨ ਨੂੰ ਅੱਜ ਉੱਥੇ ਹੈ, ਕਿਉਂਕਿ ਬਹੁਤ ਜ਼ਿਆਦਾ ਹਾਈਪ ਜਿਹੜੀ ਹੈ ਜਾਂ ਲਾਲਾ ਵੀ ਤੁਹਾਨੂੰ ਮਰਵਾਉਂਦੀ ਹੈ, ਔਰ ਜੇ ਤੁਸੀਂ ਮੋਰਲ ਡਾਊਨ ਹੋ ਜੇ ਤੁਹਾਡਾ ਤਾਂ ਵੀ ਤੁਸੀਂ ਮਰਦੇ ਹੋ। ਅੱਜ ਬੜੇ ਹਾਈ ਮੋਰਲ ਦੇ ਨਾਲ, ਹਾਈ ਸਪਿਰਿਟ ਦੇ ਵਿੱਚ ਅੱਜ ਕਿਸਾਨ ਅੰਦੋਲਨ ਸਟੇਬਿਲਿਟੀ ਨਾਲ ਖੜਾ ਹੈ, ਕੋਈ ਕਾਹਲੀ ਨਹੀਂ ਪਾ ਰਿਹਾ, ਕੋਈ ਅਗਰੈਸ਼ਨ ਫਾਲਤੂ ਦੀ ਨਹੀਂ ਅੱਜ ਦਿਖਾ ਰਿਹਾ। ਸਾਡਾ ਕਿਸਾਨ ਅੰਦੋਲਨ ਹੈ, ਤਾਂ ਮੇਰੇ ਖਿਆਲ ਨਾਲ ਇਹ ਅੰਦੋਲਨ ਇਸੇ ਤਰ੍ਹਾਂ ਹੀ ਅਗਰ ਸਟੇਬਿਲਿਟੀ ਨਾਲ, ਸਮਝਦਾਰੀ ਨਾਲ ਸਾਡੇ ਕਿਸਾਨ ਆਗੂ ਚਲਾਉਂਦੇ ਰਹੇ ਤਾਂ ਜਿੱਤ ਜਿਹੜੀ ਹੈ ਉਹ ਜ਼ਿਆਦਾ ਦੂਰ ਨਹੀਂ। ਜੀ ਗੁਰਪ੍ਰੀਤ ਗੁੱਗੀ ਜੀ, ਆਖਰੀ ਮੈਸੇਜ ਦਰਸ਼ਕਾਂ ਵਾਸਤੇ ਵੀ ਇੱਕ ਤੇ ਸਰਕਾਰ ਵਾਸਤੇ ਵੀ ਇੱਕ। ਸਰਕਾਰ, ਸਭ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਕਿਸਾਨ ਇੱਕ ਬੜੇ ਜਾਇਜ਼ ਮੁੱਦੇ ਦੇ ਨਾਲ ਬੈਠੇ ਹੋਏ ਨੇ। 70% ਜਿਹੜੇ ਲੋਕ ਨੇ ਕਿਸਾਨੀ ਨਾਲ ਜੁੜੇ ਹੋਏ ਨੇ ਸਾਡੇ ਮੁਲਕ ਦੇ ਵਿੱਚ, ਉਹਨਾਂ ਦੀ ਆਵਾਜ਼ ਨੂੰ ਦਬਾਇਆ ਨਾ ਜਾਏ, ਉਹਨਾਂ ਦੀ ਆਵਾਜ਼ ਨੂੰ ਸਮਝੋ, ਉਹਨਾਂ ਦੀਆਂ ਮੰਗਾਂ ਤੇ ਗੌਰ ਕਰਕੇ ਇਗਨੋਰ ਨਾ ਕਰੋ। ਉਹਨਾਂ ਨੂੰ ਇਗਨੋਰ ਕरेंगे, ਇਨਗੌਰ ਕਰੋ ਉਹਨਾਂ ਨੂੰ, ਬਿਲਕੁਲ ਇਗਨੋਰ ਨਾ ਕਰੋ, ਇਨਗੌਰ ਕਰੋ, ਉਹਨਾਂ ਨੂੰ ਗੌਰ 'ਚ ਲਿਆਓ ਆਪਣੇ 'ਚ ਵੀ ਇਹ ਕਹਿ ਕੀ ਰਹੇ ਨੇ। और किते भी ये कह दें नाल कि इसमें हमें बताया जाए कानून काले कहाँ से हैं, ਇਹਦੇ ਨਾਲ ਤੁਹਾਡਾ ਛੁਟਕਾਰਾ ਜਾਂ ਪੱਲਾ ਨਹੀਂ ਛੁਡਾਇਆ ਜਾ ਸਕਦਾ। ਸਮਝੋ ਕਿ ਹਾਂ ਕਿੱਥੇ ਕਮੀਆਂ ਕਮਜ਼ੋਰੀਆਂ ਨੇ, ਇਹਨਾਂ ਨੂੰ ਇੱਕ ਵਾਰੀ ਤੁਸੀਂ ਕਿਸਾਨਾਂ ਨੂੰ ਕੰਪਲੀਟਲੀ ਸੈਟੀਸਫਾਈ ਕਰਕੇ ਭੇਜੋ। ਅਗਰ ਰਿਫਾਰਮਸ ਆਪਾਂ ਚਾਹੁੰਦੇ ਆ, ਕੋਈ ਚਾਹੁੰਦੇ ਆ ਖੇਤੀਬਾੜੀ ਸੁਧਾਰ ਆਵੇ, ਜਾਂ ਹੁਣ ਇਹਨਾਂ ਨਾਲ ਬੈਠ ਕੇ ਤੁਸੀਂ ਵਿਚਾਰ ਵਟਾਂਦਰਾ ਕਰੋ, ਕੋਈ ਚੇਂਜ ਲਿਆਉਣੀ ਹੈ ਤੁਹਾਡੇ ਇਕੱਠੇ ਯੂਨੈਨਿਮਸਲੀ ਇਕੱਠੇ ਹੋ ਕੇ ਇੱਕ ਮੰਚ ਦੇ ਉੱਤੇ ਲੈ ਕੇ ਆਓ। ਸੋ ਮੈਂ ਸਮਝਦਾ ਕਿ ਕੇਂਦਰ ਸਰਕਾਰ ਨੂੰ ਬਹੁਤ ਜਲਦੀ ਕਿਸਾਨਾਂ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਲੈਣਾ ਚਾਹੀਦਾ। ਔਰ ਮੈਂ ਪੰਜਾਬ ਸਰਕਾਰ ਨੂੰ ਅਲੱਗ ਤਰ੍ਹਾਂ ਦੀ ਇੱਕ ਬੇਨਤੀ ਕਰਨਾ ਚਾਹੁੰਦਾ, 29 ਮਾਰਚ ਨੂੰ ਪੰਜਾਬੀ ਸਿਨੇਮਾ ਦਿਵਸ ਜੋ ਅਨਾਉਂਸ ਕੀਤਾ ਹੈ ਉਹਨੂੰ ਰੈਕਗਨਾਈਜ਼ ਕੀਤਾ ਜਾਵੇ, ਔਰ ਇਹਨੂੰ ਅੱਗੇ ਤੋਂ ਇਸ ਦਿਨ ਨੂੰ ਮਾਨਤਾ ਦੇ ਕੇ ਇਹ ਕਿਹਾ ਜਾਵੇ ਕਿ ਇਹ ਦਿਨ ਨੂੰ ਇੱਦਾਂ ਮਨਾਇਆ ਜਾਏਗਾ। ਔਰ ਲਾਸਟ ਮੈਸੇਜ ਜਿਹੜਾ ਮੇਰਾ ਆਡੀਅנס ਲਈ ਹੈ ਕਿ ਕੋਵਿਡ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਇਹ ਨਿਕਲ ਜਾਏਗਾ, ਸਾਰਾ ਕੁਝ ਠੀਕ ਹੋ ਜਾਏਗਾ। ਤੁਸੀਂ ਜੇ ਇਹਨੂੰ ਜਲਦੀ ਖਤਮ ਕਰਨਾ ਚਾਹੁੰਦੇ ਹੋ, ਜਲਦੀ ਆਮ ਨਾਰਮਲ ਲਾਈਫ 'ਚ ਆਉਣਾ ਚਾਹੁੰਦੇ ਹੋ, ਤਾਂ ਹੁਣ ਇਹਦੀ ਵੈਕਸੀਨੇਸ਼ਨ ਜ਼ਰੂਰ ਕਰਵਾਓ, ਕਿਉਂਕਿ ਇਹਦੇ ਟੀਕੇ ਲੱਗ ਰਹੇ ਨੇ, ਵੈਕਸੀਨ ਲੱਗ ਰਹੀ ਹੈ ਇਹਦੀ। ਮੈਂ ਤਾਂ ਕਹਿ ਰਿਹਾ ਕਿ ਮੈਂ ਵੀ ਅੱਜ ਹੀ ਲਵਾ ਕੇ ਆਇਆ ਜੀ। ਸੋ ਮੈਂ ਚਾਹਾਂਗਾ ਕਿ ਆਪਾਂ ਇਹਨੂੰ ਹੋਰ ਪ੍ਰਮੋਟ ਕਰੀਏ, ਆਪ ਵੀ ਲਵਾਓ, ਆਪਣੇ ਪਰਿਵਾਰ ਨੂੰ ਵੀ, ਔਰ ਸਮਾਜ ਨੂੰ, ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ। ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ, ਬਹੁਤ ਮਿਹਰਬਾਨੀ ਸਾਰਿਆਂ ਨੂੰ। ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇਹ ਸਨ ਗੁਰਪ੍ਰੀਤ ਘੁੱਗੀ, ਜਿਹੜੇ ਕਿ ਬਹੁਤ ਹੀ ਵਧੀਆ ਕਲਾਕਾਰ ਹਨ, ਵਧੀਆ ਇਨਸਾਨ ਹਨ, ਵਧੀਆ ਗੱਲਾਂ ਕਰਦੇ ਹਨ। ਕਰੋਨਾ ਤੋਂ ਬਚਣ ਦੇ ਵਾਸਤੇ ਵੈਕਸੀਨ ਦੀ ਵੀ ਉਹਨਾਂ ਨੇ ਗੱਲ ਕੀਤੀ ਕਿ ਲਵਾਉਣੀ ਚਾਹੀਦੀ ਹੈ ਸਾਰਿਆਂ ਨੂੰ ਹੀ। ਇਸ ਤੋਂ ਇਲਾਵਾ ਕਿਸਾਨੀ ਸੰਘਰਸ਼ ਦੀ ਵੀ ਗੱਲ ਕੀਤੀ, ਪੰਜਾਬ ਦੀ ਵੀ ਗੱਲ ਕੀਤੀ, ਪੰਜਾਬੀਅਤ ਦੀ ਵੀ ਗੱਲ ਕੀਤੀ, ਪੰਜਾਬੀ ਬੋਲੀ ਦੀ, ਪੰਜਾਬੀ ਸਿਨੇਮੇ ਦੀ ਵੀ ਗੱਲਬਾਤ ਕੀਤੀ। ਔਰ ਹੁਣ ਕੈਨੇਡਾ ਦੇ ਵਿੱਚ ਸੈਂਸਸ ਹੋ ਰਹੀ ਹੈ, ਮਰਦਮਸ਼ੁਮਾਰੀ ਹੋ ਰਹੀ ਹੈ। ਸੋ ਅਸੀਂ ਆਪਣੇ ਸਾਰੇ ਹੀ ਦਰਸ਼ਕਾਂ ਨੂੰ ਤਾਕੀਦ ਕਰਦੇ ਹਾਂ ਕਿ ਆਪਣੀ ਮਾਂ ਬੋਲੀ ਜਿਹੜੀ ਹੈ ਉਹ ਫਾਰਮ ਦੇ ਵਿੱਚ ਜ਼ਰੂਰ ਭਰੋ, ਕਿਉਂਕਿ ਕੋਈ ਵੀ ਸਰਕਾਰਾਂ ਹਨ ਉਹ ਕਿਹੜੀ ਕਮਿਊਨਿਟੀ ਨੂੰ ਕਿਹੜੀਆਂ ਜ਼ਰੂਰਤਾਂ ਹਨ, ਕਿਹੜੀ ਬੋਲੀ ਬੋਲਦੀਆਂ ਹਨ, ਉਸ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਹਨ ਉਹ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ, ਉਸ ਤਰ੍ਹਾਂ ਦੀ ਪਲੈਨਿੰਗ ਕੀਤੀ ਜਾਂਦੀ ਹੈ। ਸਾਡੇ ਇੱਥੇ ਇੱਕ ਐਸੋਸੀਏਸ਼ਨ ਹੈ, ਪਲੀ ਪੰਜਾਬੀ ਲੈਂਗੁਏਜ ਐਜੂਕੇਸ਼ਨ ਐਸੋਸੀਏਸ਼ਨ, ਜਿਸ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਹੁਣੀ ਖਾਸ ਤੌਰ ਤੇ ਸਾਡੇ ਦਰਸ਼ਕਾਂ ਨੂੰ ਮਰਦਮਸ਼ੁਮਾਰੀ ਦੇ ਮੌਕੇ ਤੇ ਅਪੀਲ ਕਰਨਾ ਚਾਹੁੰਦੇ ਹਨ।
ਜਿਵੇਂ ਤੁਸੀਂ ਜਾਣਦੇ ਹੋ ਕਿ ਹਰ 5 ਸਾਲ ਬਾਅਦ ਕੈਨੇਡਾ ਵਿੱਚ ਮਰਦਮਸ਼ੁਮਾਰੀ ਹੁੰਦੀ ਹੈ, ਜਿਸ ਨੂੰ ਆਪਾਂ ਸੈਂਸਸ ਵੀ ਕਹਿੰਦੇ ਹਾਂ। ਪਿਛਲੀ ਮਰਦਮਸ਼ੁਮਾਰੀ 2016 ਵਿੱਚ ਹੋਈ ਸੀ, ਸੋ ਇਸ ਵਾਰ ਇਹ 2021 ਵਿੱਚ ਹੋ ਰਹੀ ਹੈ ਔਰ 11 ਮਈ ਇਹ ਦਿਨ ਨਿਯੁਕਤ ਹੋਇਆ ਹੈ ਜਿਸ ਦਿਨ ਸਾਰੇ ਕੈਨੇਡਾ ਵਿੱਚ ਕਾਊਂਟਿੰਗ ਹੋਵੇਗੀ। ਮੈਂ ਪੰਜਾਬੀ ਲੈਂਗੁਏਜ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਇਸ ਮਰਦਮਸ਼ੁਮਾਰੀ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਓ। ਇਸ ਵਿੱਚ ਕੈਨੇਡੀਅਨ ਸਿਟੀਜ਼ਨ, ਜਿਹੜੇ PR ਪਰਮਨੈਂਟ ਰੈਜ਼ੀਡੈਂਟ ਤੇ ਜਿਹੜੇ ਸਟੂਡੈਂਟ ਵੀਜ਼ਾ ਤੇ ਆਏ ਹੋਏ ਹਨ, ਵਰਕ ਵੀਜ਼ਾ ਤੇ ਆਏ ਹੋਣ, ਸਾਰੇ ਹਿੱਸਾ ਪਾ ਸਕਦੇ ਹਨ। ਤੇ 11 ਮਈ ਹੈ ਆਪਣਾ ਦਿਨ। ਐਨੀ ਟਾਈਮ ਹੁਣ ਤੁਹਾਨੂੰ ਫਾਰਮ ਆ ਸਕਦੇ ਆ। ਇਹ ਫਾਰਮ ਦੋ ਤਰ੍ਹਾਂ ਦੇ ਫਾਰਮ ਹੈ। ਇੱਕ ਸ਼ਾਰਟ ਫਾਰਮ ਆ ਜਿਹੜਾ ਕਿ 75% ਲੋਕਾਂ ਨੂੰ ਦਿੱਤਾ ਜਾਵੇਗਾ ਔਰ ਸ਼ਾਰਟ ਫਾਰਮ ਵਿੱਚ ਸਿਰਫ 3-4 ਸਵਾਲ ਹਨ ਤੁਹਾਡੇ ਬਾਰੇ, ਤੁਹਾਡੀ ਮੈਰਿਟਲ ਸਟੇਟਸ ਬਾਰੇ ਅਤੇ ਭਾਸ਼ਾ ਬਾਰੇ। ਲੇਕਿਨ ਦੂਸਰਾ ਜਿਹੜਾ ਲੰਮਾ ਫਾਰਮ ਆ ਉਹ 25% ਲੋਕਾਂ ਨੂੰ ਜਾਏਗਾ, ਜਿਸ ਵਿੱਚ ਕਾਫੀ ਜਾਣਕਾਰੀ ਦੀ ਹੋਰ ਵੀ ਲੋੜ ਹੈ। ਸੋ ਤੁਹਾਨੂੰ ਅਪੀਲ ਹੈ ਕਿ ਜਦੋਂ ਹੀ ਇਹ ਫਾਰਮ ਆਉਣ ਉਹਨਾਂ ਨੂੰ ਭਰੋ, ਜ਼ਰੂਰ ਉਹਨਾਂ 'ਤੇ ਆਪਣਾ ਯੋਗਦਾਨ ਪਾਓ। ਇਸ ਵਿੱਚ ਇਹਨਾਂ ਦੋਹਾਂ ਫਾਰਮਾਂ ਵਿੱਚ 2 ਕੁਐਸਚਨ ਐਸੇ ਹਨ ਜਿਹੜੇ ਭਾਸ਼ਾ ਨਾਲ ਸੰਬੰਧਿਤ ਹਨ। ਇੱਕ ਕੁਐਸਚਨ ਹੈ ਨੰਬਰ 9A। ਕੁਐਸਚਨ 9A ਦੇ ਵਿੱਚ ਇਹ ਸਵਾਲ ਹੈ ਕਿ ਤੁਸੀਂ ਆਮ ਤੌਰ ਤੇ ਕਿਹੜੀ ਭਾਸ਼ਾ ਬੋਲਦੇ ਹੋ। ਉਸ ਵਿੱਚ 3 ਆਪਸ਼ਨ ਹਨ, ਇੰਗਲਿਸ਼, ਫ੍ਰੈਂਚ, ਅਦਰ। ਤੁਸੀਂ ਅਦਰ ਮਾਰਕ ਕਰਕੇ ਉੱਥੇ ਪੰਜਾਬੀ ਲਿਖਣੀ। ਜਿਹੜਾ ਨੰਬਰ 9B ਕੁਐਸਚਨ ਆ ਉਹਦੇ ਵਿੱਚ ਹੈ ਕਿ ਤੁਸੀਂ ਘਰ ਵਿੱਚ ਕਿਹੜੀ ਭਾਸ਼ਾ ਜ਼ਿਆਦਾ ਬੋਲਦੇ ਹੋ। ਇਸ ਵਿੱਚ ਵੀ 3 ਆਪਸ਼ਨ ਹਨ, ਇੰਗਲਿਸ਼, ਫ੍ਰੈਂਚ ਤੇ ਅਦਰ। ਉਹ ਵੀ ਤੁਸੀਂ ਅਦਰ ਲਿਖ ਕੇ ਪੰਜਾਬੀ ਲਿਖਣੀ। ਜਿਹੜਾ ਤੀਸਰਾ ਕੁਐਸਚਨ ਨੰਬਰ 10 ਕੁਐਸਚਨ ਆ ਉਹ ਹੈ ਤੁਸੀਂ ਕਿਹੜੀ ਭਾਸ਼ਾ ਆਪਣੇ ਬਚਪਨ ਵਿੱਚ ਸਿੱਖੀ ਅਤੇ ਹਾਲੇ ਵੀ ਬੋਲਦੇ ਹੋ। ਇਹ ਵੀ 3 ਆਪਸ਼ਨ ਹਨ, ਫ੍ਰੈਂਚ, ਇੰਗਲਿਸ਼, ਫ੍ਰੈਂਚ ਅਤੇ ਅਦਰ। ਅਦਰ ਤੁਸੀਂ ਮਾਰਕ ਕਰਕੇ ਪੰਜਾਬੀ ਲਿਖਣੀ। ਸੋ ਇਹ ਤਿੰਨੇ ਕੁਐਸਚਨ ਭਾਸ਼ਾ ਬਾਰੇ ਹਨ। ਪੰਜਾਬੀ ਪ੍ਰੇਮੀਆਂ ਅਤੇ ਸ਼ੁਭਚਿੰਤਕਾਂ ਨੂੰ ਪਲੀ ਵੱਲੋਂ ਅਪੀਲ ਹੈ ਕਿ ਇਹ ਫਾਰਮ ਜ਼ਰੂਰ ਭਰੋ ਅਤੇ ਆਪਣੀ ਮਾਂ ਬੋਲੀ ਪੰਜਾਬੀ ਲਿਖ ਕੇ ਇਹਨਾਂ ਤਿੰਨਾਂ ਕੁਐਸਚਨਾਂ ਦਾ ਜਵਾਬ ਦੇ ਕੇ ਆਪਣੀ ਮਾਂ ਬੋਲੀ ਪੰਜਾਬੀ ਦਾ ਮਾਣ ਹੋਰ ਵੀ ਵਧਾਓ। ਪਿਛਲੀ ਜਿਹੜੀ 2016 ਵਿੱਚ ਮਰਦਮਸ਼ੁਮਾਰੀ ਹੋਈ ਸੀ ਉਸ ਦੇ ਵਿੱਚ 5,68,375 ਪੰਜਾਬੀ ਸਨ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਪੰਜਾਬੀ ਲਿਖੀ। ਲੇਕਿਨ ਸਾਨੂੰ ਉਮੀਦ ਹੈ ਕਿ ਇਸ ਵੇਲੇ ਕਿਉਂਕਿ ਕਾਫੀ ਇੰਟਰਨੈਸ਼ਨਲ ਸਟੂਡੈਂਟ ਵੀ ਆਏ ਹਨ, ਵਰਕ ਵੀਜ਼ਾ 'ਤੇ ਵੀ ਕਾਫੀ ਲੋਕ ਹਨ ਆਪਣੇ, ਮੇਰਾ ਖਿਆਲ ਹੈ ਕਿ ਘੱਟੋ ਘੱਟ 1 ਮਿਲੀਅਨ ਮੀਨਸ 10 ਲੱਖ ਦੇ ਕਰੀਬ ਪੰਜਾਬੀ ਇਸ ਵੇਲੇ ਕੈਨੇਡਾ ਵਿੱਚ ਵਸਦੇ ਹਨ। ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਇਹ ਫਾਰਮ ਜ਼ਰੂਰ ਭਰੋ ਅਤੇ ਜਿੱਥੇ ਭਾਸ਼ਾ ਦੇ ਕੁਐਸਚਨ ਆ ਉਹਨਾਂ ਵਿੱਚ ਪੰਜਾਬੀ ਨੂੰ ਲਿਖ ਕੇ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਬਾਰੇ ਜੇ ਕੋਈ ਹੋਰ ਇਨਫੋਰਮੇਸ਼ਨ ਦੀ ਲੋੜ ਹੋਵੇ ਤਾਂ ਮੇਰੇ ਨਾਲ ਬਲਵੰਤ ਸਿੰਘ ਸੰਘੇੜਾ, ਮੇਰਾ ਨੰਬਰ ਹੈ 604-836-9976 ਜਾਂ ਸਾਧੂ ਬਿਨਿੰਗ ਹੋਣਾ ਨਾਲ 778-773-1886 ਤੇ ਸੰਪਰਕ ਕਰ ਸਕਦੇ ਹੋ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਮੈਂ ਪੰਜਾਬੀ ਬੋਲੀਆ ਕਿਤੇ ਭੁੱਲ ਨਾ ਜਾਈ ਜਵਾਨਾ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਿੱਟੀ ਦੇ ਭਾਂਡਿਆਂ ਦੀ ਜਾਂ ਫਿਰ ਮਿੱਟੀ ਦੀਆਂ ਕਲਾਕ੍ਰਿਤਾਂ ਦੀ ਗੱਲਬਾਤ ਦਾ ਇੱਕ ਸੈਗਮੈਂਟ ਜਿਹੜਾ ਕਿ ਬਹੁਤ ਹੀ ਰੌਚਕ ਹੈ ਪੇਸ਼ ਕੀਤਾ ਜਾਵੇ, ਉਸ ਤੋਂ ਪਹਿਲਾਂ ਤੁਹਾਡੇ ਮਨੋਰੰਜਨ ਦੇ ਵਾਸਤੇ ਇੱਕ ਗੀਤ ਅਨਮੋਲ ਯਾਦਾਂ ਦੇ ਵਿੱਚੋਂ ਬੋਲੀਆਂ ਹਾਜ਼ਰ ਕਰਦੇ ਹਾਂ। 20 ਸਾਲ ਪਹਿਲਾਂ ਮਿਊਜ਼ਿਕ ਵੇਵਜ਼ ਵੱਲੋਂ ਵਿਸਾਖੀ ਦੇ ਮੌਕੇ ਤੇ ਵੈਨਕੂਵਰ ਦੇ ਵਿੱਚ ਕਰਵਾਏ ਗਏ ਸ਼ੋਅ ਦੇ ਵਿੱਚੋਂ ਇਹ ਯਾਦ ਹਾਜ਼ਰ ਹੈ ਕੁਲਵਿੰਦਰ ਢਿੱਲੋਂ ਹੋਣਾ ਦੀ। ਸ਼ੀਸ਼ਿਆਂ ਵਾਲਾ ਤੂੰ ਸਾਰਾ ਬੱਦ ਫਟਿਆ ਪਟਿਆਲਾ ਹਾਏ ਮੁੰਡਾ
ਮਰ ਜੂ ਮਰ ਬਿਆਂ ਵਾਲਾ ਨੀ ਮੁੰਡਾ ਮਰ ਜੂ ਮਰ ਬਿਆਂ ਵਾਲਾ ਤੂੰ ਦੇ ਜਾ ਚੱਕੇ ਨੀ ਕੁੜੀਏ ਸੱਪੀ ਅੱਖ ਦੇ ਥੱਲੇ ਦਿਲ ਕਾਲਾ ਕਰਦਾ ਬਾਕੇ ਨੀ ਕੁੜੀਏ ਸੱਪੀ ਅੱਖ ਦੇ ਥੱਲੇ ਦਿਲ ਕਾਲਾ ਕਰਦਾ ਬਾਕੇ ਨੀ ਕੁੜੀਏ ਨੀ ਜਿਹੜੀ ਗੁੱਟ ਤੇ ਮੋਰਨੀ ਪਾਈ ਹੈ ਨੀ ਜਿਹੜੀ ਗੁੱਟ ਤੇ ਮੋਰਨੀ ਪਾਈ ਉਹ ਵੀ ਪਿਤਰਾਂ ਨੇ ਖਣਵਾਈ ਹਾਏ ਖਾਦੀ ਇਕੱਠਿਆਂ ਨੇ ਮਠਿਆਈ ਨੀ ਖਾਦੀ ਇਕੱਠਿਆਂ ਨੇ ਮਠਿਆਈ ਅੱਗੇ ਬਨ ਓਲੇ ਨੀ ਕੁੜੀਏ ਜਾਣੀ ਮੁੰਡਿਆਂ ਦੀ ਵਿੱਚ ਨਾ ਤੇਰਾ ਨਦ ਜਾਣੀ ਮੁੰਡਿਆਂ ਦੀ ਵਿੱਚ ਨਾ ਤੇਰਾ ਨਦ ਬੋਲੇ ਨੀ ਕੁੜੀਏ ਨੀ ਜਦ ਲੈਂਦੇ ਜੱਟ ਉਵਾਸੀ ਖੜ ਕੇ ਠੇਕੇ ਉੱਤੇ ਗਲਾਸੀ ਹਾਏ ਪਿੰਡ ਵਿੱਚ ਚੱਲ ਪਈ ਗੱਲ ਗੰਡਾਸੀ ਨੀ ਪਿੰਡ ਵਿੱਚ ਚੱਲ ਪਈ ਗੱਲ ਗੰਡਾਸੀ ਪਤਾ ਕਿਉਂ ਨੀ ਚਰਚ ਤੇਰੀਆਂ ਤੋਰਾਂ ਤੇ ਧਰਮ ਨਾਲ ਧੌਣ ਝੁਕਾ ਕੇ ਲੰਘਦੇ ਧਰਮ ਨਾਲ ਧੌਣ ਝੁਕਾ ਕੇ ਲੰਘਦੇ ਝੁੰਡ ਕਵੇਰੀ ਤੋਰਾਂ ਦੇ ਨੀ ਪਤਲਾ ਲੱਕ ਤੇ ਗਰਦਨ ਗੋਰੀ ਹੈ ਨੀ ਪਤਲਾ ਲੱਕ ਤੇ ਗਰਦਨ ਗੋਰੀ ਤੂੰ ਕਰ ਲਿਆ ਢਿੱਲੋਂ ਦਾ ਦਿਲ ਚੋਰੀ ਹਾਏ ਜਾ ਕੇ ਮਿਲਿਆ ਪਿੰਡ ਪੰਡੋਰੀ ਤੂੰ ਜਾ ਕੇ ਮਿਲਿਆ ਪਿੰਡ ਪੰਡੋਰੀ ਨੀ ਪੁੱਛ ਲੈ ਹਾਲ ਨਮਾਣੇ ਦਾ ਤੇਰਾ ਕੀ ਜਾਂਦਾ ਮੁਟਿਆਰੇ ਨੀ ਲੱਗ ਜੂ ਦਿਲ ਮਰ ਜਾਣ ਤੇਰਾ ਕੀ ਜਾਂਦਾ ਮੁਟਿਆਰੇ ਨੀ ਲੱਗ ਜੂ ਦਿਲ ਮਰ ਜਾਣੇ ਦਾ ਮੈਂ ਤੈਨੂੰ ਝੂਠਰ ਤਾਂ ਨਹੀਂ ਕਹਿੰਦਾ ਨੀ ਬਹੁਤਾ ਨਖਰਾ ਪੈਂਦਾ ਮਹਿੰਗਾ ਹਾਏ ਤੈਨੂੰ ਫਰਕ ਭਲਾ ਕੀ ਪੈਂਦਾ ਤੂੰ ਬੂਹੇ ਖੋਲ ਬਹਾਰਾਂ ਦੇ ਲਿਖਦਾ ਦੂਰ ਤੇ ਕੀਆ ਰਹਿੰਦਾ ਨੀ ਸਾਡੇ ਗੀਤ ਪਿਆਰਾਂ ਦੇ ਲਿਖਦਾ ਦੂਰ ਤੇ ਕੀਆ ਰਹਿੰਦਾ ਨੀ ਸਾਡੇ 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 ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਦੇਸ਼ ਪ੍ਰਦੇਸ਼ ਤੇ ਹੁਣ ਗੱਲ ਚੱਲੇਗੀ ਮਿੱਟੀ ਦੇ ਭਾਂਡਿਆਂ ਦੀ, ਮਿੱਟੀ ਦੀਆਂ ਕਲਾਕ੍ਰਿਤਾਂ ਦੀ। ਸਾਡੇ ਵਿੱਚੋਂ ਬਹੁਤੇ ਪਿੰਡਾਂ ਦੇ ਵਿੱਚੋਂ ਆਏ ਹੋਏ ਹਨ, ਸਾਨੂੰ ਵੀ ਬਚਪਨ ਦੀਆਂ ਯਾਦਾਂ ਯਾਦ ਹਨ। ਤਕਰੀਬਨ ਹਰ ਪਿੰਡ ਦੇ ਵਿੱਚ ਮਿੱਟੀ ਦੇ ਭਾਂਡੇ ਤਿਆਰ ਕਰਨ ਦੀ ਕਲਾ ਵਾਲੇ ਲੋਕ ਹੋਇਆ ਕਰਦੇ ਸਨ, ਜਿਨ੍ਹਾਂ ਨੂੰ ਘੁਮਿਆਰ ਵੀ ਕਹਿੰਦੇ ਹਨ। ਛੋਟੇ ਹੁੰਦਿਆਂ ਨੇ ਉਹਨਾਂ ਦੇ ਕੋਲ ਜਾ ਕੇ ਬੜੇ ਗੌਰ ਦੇ ਨਾਲ ਵੇਖਣਾ ਕਿ ਕਿਵੇਂ ਉਹ ਚੀਕਣੀ ਮਿੱਟੀ ਨੂੰ ਗੁੰਨਦੇ ਹਨ, ਫਿਰ ਚੱਕ ਘੁਮਾਇਆ ਜਾਂਦਾ ਹੈ, ਉਸ ਦੇ ਉੱਤੇ ਮਿੱਟੀ ਰੱਖ ਕੇ ਉਸ ਦੇ ਆਕਾਰ ਵੱਖ-ਵੱਖ ਤਰ੍ਹਾਂ ਦੇ ਕਰਕੇ ਕਿਸ ਤਰ੍ਹਾਂ ਉਹਨਾਂ ਦੇ ਵਿੱਚੋਂ ਹੀ ਵੱਖ-ਵੱਖ ਤਰ੍ਹਾਂ ਦੇ ਭਾਂਡੇ, ਦੀਵੇ, ਕੁੱਜੇ, ਤੌੜੀਆਂ, ਇਸ ਤਰ੍ਹਾਂ ਦੇ ਭਾਂਡੇ ਤਿਆਰ ਕੀਤੇ ਜਾਂਦੇ ਹਨ। ਸੋ ਇਹ ਕਲਾ ਬੇਸ਼ੱਕ ਹੁਣ ਬਹੁਤ ਘਟ ਗਈ ਹੈ, ਮਿੱਟੀ ਦੇ ਭਾਂਡਿਆਂ ਦੀ ਵਰਤੋਂ ਘਟ ਗਈ ਹੈ, ਪਰ ਹੁਣ ਦੇ ਜ਼ਮਾਨੇ ਦੇ ਵਿੱਚ ਫਿਰ ਅਵੇਅਰਨੈਸ ਆ ਰਹੀ ਹੈ ਕਿ ਇਹਨਾਂ ਦੇ ਫਾਇਦੇ ਬਹੁਤ ਸਨ, ਮਿੱਟੀ ਦੇ ਭਾਂਡਿਆਂ ਨੂੰ ਵਰਤਣਾ ਫਾਇਦੇਮੰਦ ਹੈ। ਹੁਣ ਫਿਰ ਕੁਝ ਲੋਕਾਂ ਦਾ ਰੁਝਾਨ ਇਸ ਪਾਸੇ ਹੋ ਰਿਹਾ ਹੈ ਤੇ ਸ਼ਹਿਰਾਂ ਦੇ ਵਿੱਚ ਵੀ ਮਿੱਟੀ ਦੇ ਭਾਂਡੇ ਤੇ ਹੋਰ ਸਜਾਵਟੀ ਸਮਾਨ ਵਿਕਣਾ ਸ਼ੁਰੂ ਹੋ ਗਿਆ ਹੈ। ਸਾਡੇ ਦੇਸ਼ ਪ੍ਰਦੇਸ਼ ਦੇ ਰਿਪੋਰਟਰ ਰਾਜਦੀਪ ਕੌਰ ਉਹਨਾਂ ਨੇ ਇਹ ਖਾਸ ਸੈਗਮੈਂਟ ਆਪਣੇ ਦਰਸ਼ਕਾਂ ਦੇ ਵਾਸਤੇ ਤਿਆਰ ਕੀਤਾ ਹੈ। ਲਓ ਵੇਖਦੇ ਹਾਂ।
ਦੇਸ਼ ਪ੍ਰਦੇਸ਼ ਟੀਵੀ ਤੇ ਰੈਡ ਐਫਐਮ ਚੈਨਲ ਨਾਲ ਜੁੜੇ ਸਾਰੇ ਅਜ਼ੀਜ਼ ਸਾਥੀਆਂ ਦਾ ਮੈਂ ਰਾਜਦੀਪ ਕੌਰ ਨਿੱਘਾ ਸਵਾਗਤ ਕਰਦੀ ਹਾਂ। ਨਜ਼ਾਰਾ ਤੁਸੀਂ ਦੇਖ ਚੁੱਕੇ ਹੋ ਮਿੱਟੀ ਦੇ ਭਾਂਡਿਆਂ ਦਾ। ਪੁਰਾਣੇ ਸਮਿਆਂ ਦੇ ਵਿੱਚ ਘਰ ਵੀ ਕੱਚੇ ਹੁੰਦੇ ਸੀ ਤੇ ਸਾਰੇ ਜਿਹੜੇ ਭਾਂਡੇ ਵੀ ਘਰ ਦੇ ਵਿੱਚ ਵਰਤੇ ਜਾਂਦੇ ਸੀ ਉਹ ਮਿੱਟੀ ਦੇ ਹੁੰਦੇ ਸੀ। ਖਾਣੇ ਦੀ ਗੱਲ ਕਰ ਲਈਏ, ਆਪਾਂ ਪਾਣੀ ਦੀ ਗੱਲ ਕਰ ਲਈਏ, ਇਸ ਤੋਂ ਇਲਾਵਾ ਦੁੱਧ ਦੀ ਗੱਲ ਕਰ ਲਈਏ, ਦਹੀਂ ਜਮਾਉਣ ਦੀ ਵੀ ਗੱਲ ਕਰ ਲਈਏ ਤਾਂ ਸਾਰਾ ਕੁਝ ਮਿੱਟੀ ਦੇ ਭਾਂਡਿਆਂ ਦੇ ਵਿੱਚ ਹੀ ਕੀਤਾ ਜਾਂਦਾ ਸੀ ਤੇ ਲੋਕ ਵੀ ਕਹਿੰਦੇ ਸੀ ਕਿ ਉਸ ਸਮੇਂ ਦੇ ਵਿੱਚ ਸਾਨੂੰ ਬਿਮਾਰੀਆਂ ਘੱਟ ਛੂੰਹਦੀਆਂ ਸੀ, ਅਸੀਂ ਸਿਹਤਮੰਦ ਰਹਿੰਦੇ ਸੀ। ਮਿੱਟੀ ਦੇ ਭਾਂਡਿਆਂ ਦੇ ਵਿੱਚ ਖਾਣਾ ਖਾ ਕੇ, ਇਹਨਾਂ ਦੇ ਵਿੱਚ ਖਾਣਾ ਪਕਾ ਕੇ ਸਵਾਦ ਵੀ ਵੱਖਰਾ ਆਉਂਦਾ ਤੇ ਸਿਹਤ ਦੇ ਲਈ ਵੀ ਬਹੁਤ ਹੀ ਚੰਗਾ ਮੰਨਿਆ ਜਾਂਦਾ। ਅੱਜ ਆਪਾਂ ਜਿੱਥੇ ਖੜੇ ਹਾਂ ਚੰਡੀਗੜ੍ਹ ਦੇ ਵਿੱਚ ਡੱਡੂ ਮਾਜਰਾ ਦੇ ਵਿੱਚ ਮਿੱਟੀ ਦੇ ਭਾਂਡਿਆਂ ਦੀਆਂ ਵੱਖ-ਵੱਖ ਬੰਨਗੀਆਂ ਇੱਥੇ ਮੌਜੂਦ ਨੇ। ਆਪਾਂ ਘੜਿਆਂ ਦੀ ਗੱਲ ਕਰ ਲਈਏ, ਇਸ ਤੋਂ ਇਲਾਵਾ ਛੋਟੀਆਂ ਕਟੋਰੀਆਂ, ਤੌੜੀਆਂ ਦੀ ਗੱਲ ਕਰ ਲਈਏ, ਪਰ ਇਸ ਤੋਂ ਇਲਾਵਾ ਖਾਸ ਤੌਰ ਤੇ ਦੇਖਣ ਨੂੰ ਮਿਲਦਾ ਕਿ ਸਜਾਵਟੀ ਚੀਜ਼ਾਂ ਮਿੱਟੀ ਦੇ ਭਾਂਡਿਆਂ ਦੀਆਂ ਜੋ ਬਣਾਈਆਂ ਹੋਈਆਂ ਉਹ ਵੀ ਕਾਫੀ ਮਾਤਰਾ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ, ਕਿਉਂਕਿ ਲੋਕ ਅੱਜ ਕੱਲ੍ਹ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਤਾਂ ਭਾਵੇਂ ਘੱਟ ਕਰ ਰਹੇ ਨੇ ਪਰ ਸਜਾਵਟੀ ਤੌਰ ਤੇ ਗਮਲਿਆਂ ਦੇ ਤੌਰ ਤੇ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਸ਼ਹਿਰੀ ਲੋਕਾਂ ਦੁਆਰਾ ਕੀਤੀ ਜਾ ਰਹੀ ਹੈ। ਪਰ ਅੱਜ ਕੱਲ੍ਹ ਹੁਣ ਮਿੱਟੀ ਦੇ ਭਾਂਡਿਆਂ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਤਾਂ ਵਾਟਰ ਕੂਲਰ ਜੋ ਮਿੱਟੀ ਦੇ ਬਣਾਏ ਜਾਂਦੇ ਨੇ ਉਹ ਵੀ ਲੋਕਾਂ ਦੁਆਰਾ ਕੁਝ ਵੱਧ ਵਰਤਣੇ ਸ਼ੁਰੂ ਕੀਤੇ ਜਾ ਚੁੱਕੇ ਨੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਵੇਂ ਤੌੜੇ ਨੇ, ਛੋਟੀਆਂ ਤੌੜੀਆਂ ਨੇ, ਕੁੱਜੀਆਂ ਕਹਿ ਸਕਦੇ ਹਾਂ, ਜਿਨ੍ਹਾਂ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਹਾਰਿਆਂ ਦੇ ਵਿੱਚ ਰੱਖ ਕੇ ਦਾਲ ਜਿਹੜੀ ਉਹ ਬਣਾਈ ਜਾਂਦੀ ਸੀ, ਸਬਜ਼ੀ ਬਣਾਈ ਜਾਂਦੀ ਸੀ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ। ਮੇਰਾ ਨਾਮ ਜਮੀਲ ਹੈ ਜੀ। ਇਹ ਮੈਂ ਸ਼ੁਰੂ ਤੋਂ ਕਰ ਰਿਹਾ, ਸਾਡੇ ਜੱਦੀ ਹੈ ਜੀ ਸਾਡਾ ਕੰਮ ਇਹ। ਲੋਕ ਇਹ ਚੀਜ਼ਾਂ ਜਿਹੜੀਆਂ ਜਿਵੇਂ ਖਾਣਾ ਪਕਾਉਣ ਲਈ ਜ਼ਿਆਦਾ ਖਰੀਦਦੇ ਨੇ ਜਾਂ ਫਿਰ ਸਜਾਵਟੀ ਜ਼ਿਆਦਾ ਖਰੀਦਦੇ ਨੇ? ਪਹਿਲਾਂ ਹੁਣ ਇਹ ਜਿਹੜੀਆਂ ਖਾਣੇ ਬਣਾਉਣ ਵਾਲੀਆਂ ਚੀਜ਼ਾਂ ਦੀਆਂ ਘਟ ਗਈਆਂ ਸੀ, ਹੁਣ ਦੁਬਾਰਾ ਫਿਰ ਲੋਕ ਇਹਨਾਂ ਦੇ ਉੱਪਰ ਆ ਗਏ ਦੁਬਾਰਾ ਹੁਣ ਜਿਹੜੇ ਪਾਣੀ ਦੇ ਘੜੇ ਸੀਗੇ ਉਹ ਪਹਿਲਾਂ ਘੱਟ ਵਿਕਣ ਲੱਗੇ ਤੇ ਹੁਣ ਜ਼ਿਆਦਾ ਵਿਕਣ ਲੱਗੇ, ਠੀਕ ਹੈ ਕਿ ਨਹੀਂ। ਹੁਣ ਬਿਮਾਰੀਆਂ ਕਰਕੇ ਇਹਦੇ ਬੜਾ ਸਾਨੂੰ ਫਾਇਦਾ ਹੁੰਦਾ ਇਹਦਾ, ਇਸ ਕਰਕੇ ਜੋ ਹੈ ਲੋਕ ਦੁਬਾਰਾ ਇਹ ਮਿੱਟੀ ਦੇ ਭਾਂਡੇ ਤੇ ਆ ਗਏ। ਤੁਹਾਡੀ ਦੁਕਾਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮੌਜੂਦ ਨੇ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਸਾਰਿਆਂ ਦੇ ਬਾਰੇ ਵੀ ਇਹ ਸਾਰੀਆਂ ਹੈ ਕੀ? ਇਹ ਸਾਰੇ ਗਮਲੇ ਮੈਡਮ ਜੀ, ਬੂਟੇ ਲਾਉਣ ਨੂੰ ਕੋਈ ਛੋਟਾ ਹੈ ਕੋਈ ਵੱਡਾ ਹੈ, ਇੰਨੀ ਬੂਟੇ ਦੇ ਹਿਸਾਬ ਨਾਲ, ਜਿੱਦਾਂ ਫੁੱਲਾਂ ਵਾਲੇ ਲਾਣੇ ਤਾਂ ਛੋਟੇ, ਜੇ ਪੱਕੇ ਪੌਦੇ ਲਾਣੇ ਤਾਂ ਵੱਡੇ ਗਮਲੇ, ਉਹਨਾਂ ਵਾਸਤੇ ਕੰਮ ਦੇ। ਪਹਿਲਾਂ ਤਾਂ ਆਪਾਂ ਦੇਖਦੇ ਸੀ ਕਿ ਪਲੇਨ ਹੀ ਜ਼ਿਆਦਾ ਗਮਲੇ ਹੁੰਦੇ ਸੀ, ਪਰ ਡਿਜ਼ਾਈਨਦਾਰ ਜੋ ਗਮਲੇ ਹੁਣ ਤਿਆਰ ਹੋਣੇ ਸ਼ੁਰੂ ਹੋ ਚੁੱਕੇ ਨੇ। ਇਹ ਸਜਾਵਟੀ ਚੀਜ਼ਾਂ ਆਈਆਂ, ਜਿੱਦਾਂ ਘਰਾਂ 'ਚ ਹੁਣ ਲੋਕਾਂ ਨੇ ਬੜੀ ਬੜੀਆਂ ਕੋਠੀਆਂ ਬਣਾ ਲਈਆਂ, ਹੁਣ ਉੱਥੇ ਜਗ੍ਹਾ ਲਟਕਾਉਣ ਨੂੰ ਹੈਗੀ, ਉੱਥੇ ਲਟਕਾਉਂਦੇ ਚੰਗਾ ਵਧੀਆ ਲੱਗਦਾ ਜੀ। ਇਹ ਪਾਣੀ ਦੀ ਸੁਰਾਹੀ ਹੈ ਜੀ, ਇਹ ਪਹਿਲਾਂ ਚੱਲਦੀ ਸੀ, ਹੁਣ ਦੁਬਾਰਾ ਫਿਰ ਆ ਗਈ ਹੈ ਮਾਰਕੀਟ 'ਚ, ਥੋੜੀ ਦੀ ਡਿਮਾਂਡ ਫਿਰ ਵੱਧ ਗਈ। ਬਾਬਾ ਜੀ ਇੱਕ ਉਹ ਜਿਹੜੀਆਂ ਚੀਜ਼ਾਂ ਨੇ ਗਮਲੇ ਨੇ, ਪਰ ਉਹ ਅਲੱਗ ਤਰ੍ਹਾਂ ਦੇ ਗਮਲੇ ਦਿਖਾਈ ਦੇ ਰਹੇ ਨੇ, ਉਹ ਚੌਰਸ ਵਾਲੇ, ਉਹ ਕੀ ਨੇ? ਸਪੈਸ਼ਲ ਤੁਲਸੀ ਵਾਲੇ ਗਮਲੇ ਆ ਜੀ, ਉਹਦੇ ਤੁਲਸੀ ਲਾਈ ਜਾਂਦੀ ਹੈ ਜੀ। ਇਹ ਫਲਾਵਰ ਪੋਟ ਹੈਗੇ, ਆਰਟੀਫੀਸ਼ੀਅਲ ਫੁੱਲ ਲਾਉਣ ਵਾਸਤੇ ਹੈਗੇ, ਘਰਾਂ ਦੀਆਂ ਸਜਾਵਟੀ ਚੀਜ਼ਾਂ ਹੈਗੀਆਂ ਜੀ। ਬਾਕੀ ਇਹ ਗਮਲੇ ਹੈਗੇ ਅੰਦਰ ਰੱਖਣ ਵਾਸਤੇ, ਇੰਡੋਰ ਪਲਾਂਟਸ ਲਗਾਉਣ ਵਾਸਤੇ ਗਮਲੇ ਹੈਗੇ। ਮਹਾਰਾਜੇ ਦੇ ਟਾਈਮ ਤੇ ਚੱਲਦੀਆਂ ਸੁਰਾਹੀਆਂ, ਉਹ ਸੁਰਾਹੀ ਹੈ ਜੀ ਇਹ। ਅੱਛਾ, ਤੇ ਇਹ ਬਾਬਾ ਜੀ ਇਹ ਕੀ ਨੇ? ਇਹ ਪੀੜੀਆਂ ਹੈਗੀਆਂ, ਇਹਦੇ ਉੱਪਰ ਗਮਲਾ ਰੱਖ ਲਓ, ਸਜਾਵਟ ਵਾਸਤੇ ਹੀ ਇਹ ਗਮਲਾ, ਜਾਂ ਕੋਈ ਡੈਕੋਰੇਟਿਵ ਚੀਜ਼ ਰੱਖਣੀ ਹੈ ਤਾਂ ਉਹ ਰੱਖ ਲਓ, ਇਹ 'ਚ ਰੱਖ ਸਕਦੇ ਆ, ਬੈਠ ਵੀ ਸਕਦੇ ਇਹਦੇ ਉੱਪਰ, ਕੋਈ ਦਿੱਕਤ ਨਹੀਂ। ਬਾਬਾ ਜੀ ਇਹ ਚੀਜ਼ਾਂ ਦੀ ਕਾਰਡ ਆਪਾਂ ਕਿਸ ਤਰ੍ਹਾਂ, ਮਤਲਬ ਤੁਸੀਂ ਹੌਲੀ ਹੌਲੀ ਕਿਵੇਂ ਬਣਾਉਣਾ ਸ਼ੁਰੂ ਕੀਤਾ ਇਹਨਾਂ ਨੂੰ? ਇਹ ਹੌਲੀ ਹੌਲੀ ਜਿੱਦਾਂ ਹੁਣ ਅਸੀਂ ਬਣਾਉਂਦੇ ਆ ਤਾਂ ਸਾਨੂੰ ਕਸਟਮਰ ਆ ਕੇ ਵੀ ਦੱਸਦੇ ਆ ਵੀ ਸਾਨੂੰ ਇਹ ਚੀਜ਼ ਚਾਹੀਦੀ ਹੈ, ਫਿਰ ਸਾਨੂੰ ਅਸੀਂ ਉਹਦੇ ਹਿਸਾਬ ਨਾਲ ਬਣਾਈ ਜਾਂਦੇ ਆ। ਕੁਝ ਆਪਣਾ ਦਿਮਾਗ ਲਾਉਂਦੇ ਆ, ਕੁਝ ਦੂਜੇ ਦਿਮਾਗ ਲਾ ਕੇ ਹੀ ਜੋ ਹੈ ਇਹਨੂੰ ਤਿਆਰ ਕਰਦੇ ਆ। ਇਹ ਫਾਊਂਟੇਨ ਹੈ ਜੀ ਇਹ। ਬਾਬਾ ਜੀ ਐ ਵੀ ਹੁੰਦਾ ਵੀ ਲੋਕ ਆ ਕੇ ਤੁਹਾਨੂੰ ਕੋਈ ਸੈਂਪਲ ਦਿਖਾਉਂਦੇ ਹੋਣ, ਜਿਵੇਂ ਫੋਟੋ ਦਿਖਾਉਂਦੇ ਹੋਣ ਕਿ ਇਹ ਸਾਨੂੰ ਇਹ ਜੀ ਚੀਜ਼ ਚਾਹੀਦੀ ਹੈ? ਹਾਂ, ਦਿਖਾਉਂਦੇ ਸਾਨੂੰ ਆ ਕੇ ਬਹੁਤ ਲੋਕ, ਅਸੀਂ ਬਣਾਉਂਦੇ ਉਹਦੇ ਨਾਲ ਉਦਾਂ ਦੀ ਸੇਮ ਟੂ ਸੇਮ। ਹਾਂਜੀ, ਇਹਨਾਂ ਨੂੰ ਬਣਾਉਣ ਦੇ ਵਿੱਚ ਕਾਫੀ ਮੁਸ਼ਕਲ ਲੱਗਦੀ ਹੋਣੀ ਹੈ, ਕਿੰਨਾ ਸਮਾਂ ਲੱਗਦਾ? ਮਿਹਨਤ ਜ਼ਿਆਦਾ ਲੱਗਦੀ ਹੈ ਜੀ। ਜਿੱਦਾਂ ਹੁਣ ਆਹ ਪੀਸ ਤਿਆਰ ਕਰਿਆ, ਸਾਨੂੰ ਘੱਟੋ ਘੱਟ ਵੀ ਇੱਕ ਦਿਨ 'ਚ ਇੱਕ ਪੀਸ ਤਿਆਰ ਹੋਏਗਾ ਇਹ। ਦੋ ਬੰਦੇ ਲੱਗ ਕੇ ਕਰਾਂਗੇ। ਆਪਾਂ ਦੇਖਣ ਨੂੰ ਵੀ ਪਤਾ ਲੱਗਦਾ ਕਿ ਮਿੱਟੀ ਨੂੰ ਕਿਸ ਤਰ੍ਹਾਂ ਤਰਾਸ਼ ਕੇ ਆਪਣੇ ਹੱਥਾਂ ਦੇ ਨਾਲ ਕਲਾਤਮਕ ਤਰੀਕੇ ਦੇ ਨਾਲ ਇਹ ਤਿਆਰ ਕੀਤਾ ਜਾਂਦਾ ਹੈ। ਬਾਬਾ ਜੀ ਅਸੀਂ ਆਹ ਪੁੱਛਣਾ ਚਾਹਾਂਗੇ, ਤੁਸੀਂ ਇਹ ਰੱਖੇ ਹੋਏ ਨੇ ਬਿਜੜੇ ਦਾ ਆਲਣਾ, ਪਰ ਇਹ ਬਾਬਾ ਜੀ ਤੁਹਾਨੂੰ ਕੀ ਲੱਗਦਾ ਕਿ ਇਹਦੀ ਜ਼ਰੂਰਤ ਹੀ ਹੁਣ ਕਿਉਂ ਪੈਂਦੀ ਹੈ ਕਿ ਲੋਕਾਂ ਨੂੰ ਇਹ ਤਿਆਰ ਕਰਨੇ ਪੈਂਦੇ ਨੇ? ਇਹਦੀ ਜ਼ਰੂਰਤ ਇਸ ਕਰਕੇ ਪੈਂਦੀ ਹੈ ਜੀ ਕਿ ਸ਼ਹਿਰ ਦੇ ਅੰਦਰ ਕਿਤੇ ਹੁਣ ਹੈ ਨਹੀਂ, ਆ ਚਿੜੀਆਂ ਨੂੰ, ਜਾਨਵਰਾਂ ਨੂੰ ਲੁਕਣ ਵਾਸਤੇ ਜਗ੍ਹਾ ਨਹੀਂ ਹੈਗੀ। ਹੁਣ ਲੋਕਾਂ ਦੇ ਘਰਾਂ 'ਚ ਜਿਹੜੇ ਆਪਣੇ ਪੇੜ ਪੌਦੇ ਲਾਏ ਉਹਨਾਂ ਦੇ ਲਟਕਾ ਕੇ ਜੋ ਹੈ ਆਪਣਾ ਇਹਦੇ ਜਿਹੜੇ ਪੰਛੀ ਆ ਉਹ ਰਹਿਣ ਬਸੇਰਾ ਕਰ ਲੈਂਦੇ ਆਪਣਾ। ਇੱਧਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗਮਲੇ ਰੱਖੇ ਹੋਏ ਨੇ, ਡਿਜ਼ਾਈਨਦਾਰ ਗਮਲੇ ਰੱਖੇ ਹੋਏ ਨੇ, ਵੱਖ-ਵੱਖ ਤਰ੍ਹਾਂ ਦੇ ਗਮਲੇ ਨੇ ਤਾਂ ਜੋ ਲੋਕਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ। ਇਹਨਾਂ ਨੂੰ ਤਿਆਰ ਕਰਨ ਦੇ ਵਿੱਚ ਵੀ ਕਾਫੀ ਸਮਾਂ ਲੱਗਦਾ ਹੋਵੇਗਾ। ਤੁਸੀਂ ਇਹ ਦੇਖ ਸਕਦੇ ਹੋ ਛੋਟੇ ਜੋ ਦੀਵੇ ਨੇ। ਬਾਬਾ ਜੀ ਦੀਵਾਲੀ ਤੇ ਕਿੰਨੀ ਕੁ ਸੇਲ ਹੋ ਜਾਂਦੀ ਹੈ? ਦੀਵੇ ਵੈਸੇ ਵਿਕ ਜਾਂਦੇ ਆ, ਇੰਨੇ ਨਹੀਂ ਵਿਕੇ ਇਸ ਵਾਰ, ਪਹਿਲੇ ਸਾਡੇ ਬਹੁਤ ਹੀ ਵਿਕਦੇ, ਹੁਣ ਇਸ ਵਾਰੀ ਥੋੜੇ ਘੱਟ ਵਿਕੇ ਹੈਗੇ, ਜਾਂ ਕਰੋਨਾ ਕਰਕੇ ਲਗਾ ਲਓ ਜਾਂ ਕੋਈ ਵੈਸੇ ਹੀ, ਯਾਨੀ ਸਾਡੀ ਸੇਲ ਬਹੁਤ ਘੱਟ ਹੋਈ ਇਸ ਵਾਰੀ। ਸਾਡਾ ਕਾਫੀ ਸਮਾਨ ਜਿਹੜਾ ਹੈ ਇਸ ਵਾਰੀ ਬਲੌਕ ਹੋ ਗਿਆ ਜੀ। ਇਹ ਮਸ਼ੀਨ ਦੀ ਤਿਆਰ ਹੈ ਬੋਤਲ ਜਿਹੜੀ ਹੈਗੀ, ਉਹ ਦਹੀਂ ਵਾਲੇ ਡੱਬੇ, ਦਹੀਂ ਜਮਾਉਣ ਵਾਸਤੇ, ਉਹ ਕੱਪ ਹੈਗਾ ਚਾਹ ਚੂ ਪੀਣ ਵਾਸਤੇ, ਉਹ ਹੱਥ ਨਾਲ ਬਣਾਏ ਹੋਏ ਹੈਗੇ। ਉਹ ਹੱਥ ਨਾਲ ਬਣਾਏ? ਹਾਂ, ਉਹ ਹੱਥ ਨਾਲ। ਇਹ ਬੋਤਲ ਜਿਹੜੀ ਹੈ ਥੋੜੀ ਮਸ਼ੀਨ ਨਾਲ ਤਿਆਰ ਕੀਤੀ ਹੋਈ ਹੈ। ਅੱਛਾ ਬਾਬਾ ਜੀ, ਬੋਤਲ ਜਿਵੇਂ ਆਪਾਂ ਮਿੱਟੀ ਦੀ ਦੇਖ ਸਕਦੇ ਹਾਂ, ਕਾਫੀ ਇਹ ਹਲਕੀ ਹੈ, ਜ਼ਿਆਦਾ ਭਾਰੀ ਵੀ ਨਹੀਂ ਹੈ, ਇਹਨਾਂ ਨੂੰ ਲੋਕ ਕਿੰਨਾ ਕੁ ਖਰੀਦਦੇ ਨੇ? ਇਹਦੀ ਹੁਣ ਡਿਮਾਂਡ ਕਾਫੀ ਹੈਗੀ ਮੈਡਮ ਜੀ, ਹੁਣ ਵਿਕਦੀ ਹੈ ਕਾਫੀ ਇਹ ਬੋਤਲ, ਇਹ ਚੱਲਦੀ ਹੈ ਬੋਤਲ। ਹਾਂਜੀ, ਪਾਣੀ ਵੀ ਬਹੁਤ ਠੰਡਾ ਹੁੰਦਾ ਇਹਦੇ 'ਚ।
ਠੰਡਾ ਰਹਿੰਦਾ ਪਾਣੀ ਨੂੰ ਦੱਸਣਾ ਚਾਹਾਂਗੇ ਕਿ ਮਿੱਟੀ ਦੇ ਬਰਤਨ ਵੀ ਦੋ ਤਰੀਕੇ ਦੇ ਨਾਲ ਤਿਆਰ ਹੁੰਦੇ ਨੇ। ਇੱਕ ਤਾਂ ਰਵਾਇਤੀ ਤੌਰ ਤੇ ਘੁਮਿਆਰ ਆਪਣੇ ਹੱਥਾਂ ਦੇ ਨਾਲ ਤਿਆਰ ਕਰਦੇ ਨੇ ਤੇ ਦੂਸਰਾ ਮਸ਼ੀਨੀ ਤੌਰ ਤੇ ਬਰਤਨ ਤਿਆਰ ਕੀਤੇ ਜਾਂਦੇ ਨੇ। ਇਹ ਜਿਹੀਆਂ ਜਿਹੜੇ ਇਹ ਬਰਤਨ ਨੇ ਜ਼ਿਆਦਾਤਰ ਗੁਜਰਾਤ, ਗਾਂਧੀਨਗਰ, ਅਹਿਮਦਾਬਾਦ ਸਾਈਡ ਤੋਂ ਆਉਂਦੇ ਨੇ। ਪੁਰਾਣੇ ਸਮੇਂ ਦੇ ਵਿੱਚ ਦੇਖੀਏ ਤਾਂ ਮਿੱਟੀ ਦੇ ਬਰਤਨ ਜਿਹੜੇ ਘੁਮਿਆਰ ਬਣਾਉਂਦੇ ਸੀ ਪਿੰਡਾਂ 'ਚ, ਉਹਨਾਂ ਦੇ ਇੱਕ ਖਾਸ ਹੁੰਦਾ ਸੀ ਵੀ ਪਤਾ ਹੁੰਦਾ ਸੀ ਵੀ ਫਲਾਨਾ ਘਰ ਘੁਮਿਆਰ ਉੱਥੇ ਮਿੱਟੀ ਦੇ ਬਰਤਨ ਬਣਾਉਂਦੇ ਨੇ। ਲੋਕ ਖਾਸ ਤੌਰ ਤੇ ਉੱਥੇ ਜਾਂਦੇ, ਉਹਨਾਂ ਨੂੰ ਕਣਕ ਵੀ ਦਿੰਦੇ ਸੀ ਮਿੱਟੀ ਦੇ ਬਰਤਨ ਲੈਣ ਦੇ ਬਦਲੇ, ਹੈ ਨਾ। ਹੁਣ ਆਪਾਂ ਜੇ ਦੇਖੀਏ ਤਾਂ ਵਿਕਰੀ ਦੇ ਤੌਰ ਤੇ ਜਾਂ ਕਿੱਤੇ ਦੇ ਤੌਰ ਤੇ ਕਿੰਨਾ ਕੁ ਪਛਾਣ ਘਟੀ ਹੈ ਜਾਂ ਵਧੀ ਹੈ? ਪਛਾਣ ਥੋੜੀ ਜਿਹੀ ਵਿੱਚ ਘਟ ਗਈ ਸੀਗੀ, ਹੁਣ ਥੋੜੀ ਦੁਬਾਰਾ ਹੁਣ ਫਿਰ ਵੱਧ ਗਈ, ਕਿਉਂਕਿ ਹੁਣ ਅੱਗੇ ਜਿਹੜੀ ਮਿੱਟੀ ਦੇ ਭਾਂਡੇ ਦੀ ਥੋੜੀ ਡਿਮਾਂਡ ਜਿਹੜੀ ਵੱਧਦੀ ਜਾ ਰਹੀ ਹੈਗੀ। ਅੱਗੇ ਜਿਹੜੇ ਸਬਜ਼ੀਆਂ ਵਗੈਰਾ ਬਣਾਉਣੀਆਂ ਲੋਕਾਂ ਨੇ, ਬਿਮਾਰੀਆਂ ਫੈਲੀਆਂ, ਬਿਮਾਰੀਆਂ ਇਹਦੇ 'ਚ ਘੱਟ ਬਹੁਤ ਲੱਗਦੀਆਂ ਹੈਗੀਆਂ, ਔਰ ਇਹ ਸ਼ੁੱਧ ਬਰਤਨ ਹੁੰਦੇ ਇਹ ਮਿੱਟੀ ਦੇ ਜੀ। ਇਹ ਚੀਜ਼ ਹੈ ਜੀ। ਜਿਵੇਂ ਕਿ ਹੁਣ ਗਰਮੀ ਦੀ ਰੁੱਤ ਆ ਚੁੱਕੀ ਹੈ ਤਾਂ ਇਸ ਤਰ੍ਹਾਂ ਦੇ ਜੋ ਆਪਾਂ ਕਹਿ ਸਕਦੇ ਤੌੜੇ ਨੇ ਜਿਨ੍ਹਾਂ ਤੇ ਹੁਣ ਟੂਟੀਆਂ ਵੀ ਲੱਗ ਚੁੱਕੀਆਂ ਨੇ, ਵਾਟਰ ਕੂਲਰ ਇੱਕ ਤਰ੍ਹਾਂ ਦੇ ਬਣ ਚੁੱਕੇ ਨੇ, ਇਹਨਾਂ ਦੀ ਸੇਲ ਗਰਮੀ ਦੀ ਰੁੱਤ ਵਿੱਚ ਜ਼ਿਆਦਾ ਹੁੰਦੀ ਹੈ। ਤੇ ਜਿਵੇਂ ਜਿਵੇਂ ਫਿਰ ਬਰਸਾਤਾਂ ਆਉਂਦੀਆਂ ਰਹਿੰਦੀਆਂ ਨੇ ਉਸ ਤੋਂ ਬਾਅਦ ਫਿਰ ਗਮਲਿਆਂ ਦੀ ਜਿਹੜੀ ਆ ਵਿਕਰੀ ਹੈ ਉਹ ਜ਼ਿਆਦਾ ਹੋ ਜਾਂਦੀ ਹੈ। ਹੁਣ ਤੁਹਾਨੂੰ ਲੈ ਕੇ ਚੱਲਦੇ ਉਸ ਜਗ੍ਹਾ ਦੇ ਉੱਪਰ ਜਿੱਥੇ ਬਰਤਨ ਅਸਲ ਦੇ ਵਿੱਚ ਤਿਆਰ ਕੀਤੇ ਜਾਂਦੇ ਨੇ, ਜਿੱਥੇ ਹੱਥਾਂ ਦੀ ਕਲਾ ਦੇ ਨਾਲ ਮਿੱਟੀ ਨੂੰ ਆਕਾਰ ਦੇ ਕੇ ਅਜਿਹੇ ਨਮੂਨੇ ਤਿਆਰ ਕੀਤੇ ਜਾਂਦੇ ਨੇ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਰਤਨ ਤਿਆਰ ਕਰਦੇ ਨੂੰ? ਇਹ ਜੀ ਸਾਡਾ ਖਾਨਦਾਨੀ ਕੰਮ ਹੈ ਜੀ, ਬਚਪਨ ਤੋਂ ਅਸੀਂ ਕਰ ਰਹੇ ਇਹ ਕੰਮ। ਤਿਆਰ ਕਰ ਰਹੇ ਹੋ, ਇਹ ਮਿੱਟੀ ਕਿਹੜੀ ਹੈ? ਮਿੱਟੀ ਦੀ ਕਿਹੜੀ ਕਿਸਮ ਹੈ? ਇਹ ਚਿਕਨੀ ਮਿੱਟੀ ਹੁੰਦੀ ਹੈ ਜੀ। ਇਹ ਮਸ਼ੀਨ ਹੈ ਜੋ, ਇਸ ਨੂੰ ਕੀ ਕਹਿੰਦੇ ਨੇ ਬਾਬਾ ਜੀ ਜਿਸ ਤੇ ਤਿਆਰ ਕਰ ਰਹੇ ਹੋ? ਇਹਨੂੰ ਚੱਕ ਕਹਿੰਦੇ ਆ ਜੀ। ਹੁਣ ਤਿਆਰ ਕਰ ਰਹੇ ਹੋ, ਇਹਨੂੰ ਕੀ ਕਹਿੰਦੇ ਨੇ? ਇਸ ਨੂੰ ਚੱਕਰੀ ਕਹਿੰਦੇ ਆ ਜੀ। ਗਮਲੇ ਵੀ ਇਸ ਤੇ ਤਿਆਰ ਹੁੰਦੇ ਆ, ਪੌਟ ਵੀ ਇਸੇ ਤਿਆਰ ਹੁੰਦੇ ਆ, ਕੈਂਪਰ ਹੈ ਜੋ ਇਹ ਵੀ ਇਸੇ ਤਿਆਰ ਹੁੰਦੇ ਆ ਜੀ। ਕਈ ਆਪਾਂ ਦੇਖਿਆ ਪੌਟਸ ਉੱਪਰ ਡਿਜ਼ਾਈਨ ਬੜੇ ਹੁੰਦੇ ਨੇ, ਉਹ ਵੀ ਫਿਰ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਉਹਦੇ ਉੱਤੇ? ਉਹ ਡਿਜ਼ਾਈਨ ਜੀ ਇਹਨੂੰ ਬਿਲਕੁਲ ਅਸੀਂ ਸਫਾਈ ਕਰਕੇ, ਰਗੜਾਈ ਕਰਕੇ ਉਸ ਤੋਂ ਹੱਥ ਨਾਲ ਡਿਜ਼ਾਈਨ ਕੱਢਦੇ ਆ ਜੀ। ਇਹ ਬਰਤਨ ਜੀ ਭੱਠੀ 'ਚ ਪਕਾਈ ਜਾਂਦੇ ਆ ਜੀ ਇਹਨੂੰ, ਔਰ ਇਹ ਬਿਲਕੁਲ ਜਦ ਬਰਤਨ ਸੁੱਕ ਜਾਂਦੇ ਉਸ ਤੋਂ ਪਹਿਲਾਂ ਨਹੀਂ ਪੱਕਦੇ, ਸੁੱਕਣ ਤੋਂ ਬਾਅਦ ਪੱਕਦੇ ਆ ਜੀ। ਕਿੰਨੇ ਕੁ ਮਜ਼ਬੂਤ ਹੁੰਦੇ ਨੇ ਇਹ? ਇਹਦੀ ਬੁਨਿਆਦ ਤੋਂ ਜੀ ਬਹੁਤ ਹੈ, 86 ਦੇ ਉੱਪਰ ਖੜੇ ਵੀ ਹੋ ਜਾਈਏ ਤਾਂ ਵੀ ਟੁੱਟੇਗਾ ਨਹੀਂ ਜੀ, ਇੰਨੇ ਮਜ਼ਬੂਤ ਹੈ ਜੀ ਇਹ। ਤੁਹਾਡਾ ਪਿਤਾ ਪੁਰਖੀ ਕਿੱਤਾ ਇਹ, ਤੁਸੀਂ ਅੱਗੇ ਆਪਣੇ ਬੱਚਿਆਂ ਨੂੰ ਵੀ ਇਹ ਸਿਖਾ ਰਹੇ ਹੋ? ਬੱਚਿਆਂ ਨੂੰ ਨਹੀਂ ਹੁਣ ਸਿਖਾਇਆ ਜੀ, ਬਸ ਅੱਗੋਂ ਬੱਚੇ ਸਿੱਖਦੇ ਨਹੀਂ ਇਹ ਕੰਮ ਨੂੰ ਕਰਨ 'ਚ ਚਾਹੇ ਨਹੀਂ ਹੈ ਬੱਚਿਆਂ ਨੂੰ। ਤੁਸੀਂ ਆਪਣੇ ਕਿੱਤੇ ਤੋਂ ਕਿੰਨੇ ਖੁਸ਼ ਹੋ? ਦਾਲ ਰੋਟੀ ਵਧੀਆ ਚੱਲ ਰਹੀ ਹੈ, ਇਸ ਲਈ ਖੁਸ਼ ਆ ਜੀ। ਦੂਜੇ ਦੀ ਗੁਲਾਮੀ ਨਹੀਂ, ਆਪਣਾ ਘਰ ਦਾ ਕੰਮ ਹੈ, ਇਸ ਕਰਕੇ ਕਰ ਰਹੇ ਜੀ ਬਸ। ਜਿਵੇਂ ਤੁਸੀਂ ਕਿਹਾ ਵੀ ਲੋਕ ਆ ਕੇ ਸੈਂਪਲ ਦਿਖਾਉਂਦੇ ਨੇ ਤਾਂ ਤੁਹਾਨੂੰ ਵੀ ਸਿੱਖਣ ਦਾ ਮੌਕਾ ਮਿਲਦਾ ਕਿ ਨਵੇਂ ਡਿਜ਼ਾਈਨ ਸਿੱਖਦੇ ਹੋ, ਨਵੇਂ ਤਰੀਕੇ ਦੇ ਨਾਲ ਬਣਾਉਂਦੇ? ਜਿਹਨੇ ਮਰਜੀ ਡਿਜ਼ਾਈਨ ਦਾ ਪੀਸ ਆ ਜਾਵੇ ਲੈ ਗਿਆ, ਅਸੀਂ ਤਿਆਰ ਕਰ ਦਿੰਦੇ ਆ। ਅਸੀਂ ਕੰਮ ਕੇ ਪੂਰੇ ਮਾਹਿਰ ਹੈ ਜੀ। ਜਿਹੜੇ ਆਪਾਂ ਪਾਣੀ ਵਾਲੇ ਘੜੇ ਦੇਖੇ ਆ ਉਹ ਕਿਸ ਤਰ੍ਹਾਂ ਤਿਆਰ ਹੁੰਦੇ ਨੇ ਬਾਬਾ? ਉਹ ਘੜੇ ਵੀ ਇਸੇ ਤੇ ਤਿਆਰ ਹੁੰਦੇ ਜੀ, ਮਸ਼ੀਨ ਤੇ। ਮਿੱਟੀ ਦੇ ਬਰਤਨਾਂ ਦਾ ਆਪਾਂ ਸੁਣਿਆ ਵੀ ਬਹੁਤ ਗੁਣਕਾਰੀ ਹੁੰਦੇ ਨੇ, ਇਹਦੇ ਵਿੱਚ ਪੌਸ਼ਟਿਕ ਤੱਤ ਖਰਾਬ ਨਹੀਂ ਹੁੰਦੇ ਖਾਣੇ ਦੇ। ਇਹਨਾਂ ਦੇ ਵਿੱਚ ਖਾਣਾ ਬਣਾਉਣਾ ਜਾਂ ਪਾਣੀ ਪੀਣਾ ਕਿੰਨਾ ਕੁ ਸਿਹਤਮੰਦ ਹੈ? ਜਿਹੜਾ ਮਿੱਟੀ ਦੇ ਬਰਤਨ ਵਿੱਚ ਖਾਣਾ ਬਣਦਾ ਹੈ ਜਾਂ ਪਾਣੀ ਬਣਦਾ, ਇਹ ਆਟੋਮੈਟਿਕ ਆਪਣੇ ਨਾਲ ਠੰਡਾ ਹੁੰਦਾ ਹੈ। ਇਸ ਕਰਕੇ ਇਹ ਪਾਣੀ ਜਿਹੜਾ ਹਲਕੇਪਣ ਤੇ ਆ ਜਾਂਦਾ, ਹਾਜ਼ਮੇ ਵਾਸਤੇ ਵੀ ਸਹੀ ਹੈ, ਅੱਛਾ ਨੁਕਸਾਨ ਨਹੀਂ ਕਰਦਾ ਬਿਲਕੁਲ ਵੀ ਇਹ। ਔਰ ਇਹ ਆਟੋਮੈਟਿਕ ਪਾਣੀ ਜਿਸ ਤਰ੍ਹਾਂ ਫਿਲਟਰ ਹੋ ਜਾਂਦਾ ਹੈ, ਘੜੇ ਵਿੱਚ ਆਟੋਮੈਟਿਕ ਪਾਣੀ ਫਿਲਟਰ ਹੋ ਜਾਂਦਾ ਜੀ। ਹੁਣ ਨਾ ਨਵੀਂ ਚੀਜ਼ਾਂ ਵੀ ਦੇਖੀਆਂ ਨੇ, ਜਿਵੇਂ ਕਿ ਫਰਾਈ ਪੈਨ ਹੋ ਗਏ, ਕੁੱਕਰ ਹੋ ਗਏ, ਉਹ ਵੀ ਮਿੱਟੀ ਦੇ ਬਣਨ ਲੱਗ ਗਏ, ਉਹਦੇ ਉੱਪਰ ਢੱਕਣ ਲਗਾ ਦਿੰਦੇ ਨੇ। ਉਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਕਿਵੇਂ ਦੇਖਦੇ ਹੋ? ਉਹ ਵੀ ਤਿਆਰ ਕਰਦੇ ਹੋ? ਹਾਂਜੀ, ਉਹ ਵੀ ਤਿਆਰ ਕਰਦੇ ਜੀ, ਫਰਾਈ ਵੀ ਤਿਆਰ ਕਰਦੇ, ਕੜਾਹੀ ਤਿਆਰ ਕਰਦੇ ਆ, ਕੁੱਕਰ ਹੈ ਜੀ, ਪਾਣੀ ਦੀਆਂ ਬੋਤਲਾਂ ਜੀ, ਇਹ ਸਾਰੇ ਤਿਆਰ ਕਰਦੇ ਆ। ਉਮੀਦ ਕਰਦਾ ਹਾਂ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰੋਗਰਾਮ, ਸਾਡੀ ਅੱਜ ਦੀ ਕੋਸ਼ਿਸ਼ ਵੀ ਸਾਡੇ ਦਰਸ਼ਕਾਂ ਨੂੰ ਪਸੰਦ ਆ ਰਹੀ ਹੋਵੇਗੀ। ਕੱਲ੍ਹ ਨੂੰ ਮਦਰਸ ਡੇ ਹੈ, ਇਸ ਮੌਕੇ ਤੇ ਇੱਕ ਖਾਸ ਗੀਤ ਪੇਸ਼ ਕਰਦੇ ਹਾਂ, ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ। ਪੇਸ਼ ਕਰ ਰਹੇ ਹਨ ਗੁਰਦਾਸ ਮਾਨ।
ਛਾਵਾਂ ਛਾਵਾਂ ਕੌਣ ਕਰੇ। ਉਹ ਮਾਵਾਂ ਤੇ ਹਰ ਜਾਣੇ ਲੋਕੋ ਕੌਣ ਪਰੇ। ਉਹ ਮਾਵਾਂ ਤੇ ਹਰ ਜਾਣੇ ਲੋਕੋ ਕੌਣ ਪਰੇ। ਉਹ ਮਾਵਾਂ ਠੰਡੀਆਂ ਛਾਵਾਂ ਪੁੱਤ ਬਣੇ 100 ਵਾਰੀ ਮਾਂ ਰਹਿੰਦੀ ਮਾਂ ਬਣ ਕੇ। ਪੁੱਤ ਬਣੇ 100 ਵਾਰੀ ਮਾਂ ਰਹਿੰਦੀ ਮਾਂ ਬਣ ਕੇ। ਪੁੱਤਰਾਂ ਦੇ ਲਈ ਖੁਸ਼ੀਆਂ ਮੰਗਦੀ ਫੇਰ ਫੇਰ ਕੇ ਮਣ ਕੇ। ਉਹ ਪੁੱਤ ਮੇਰੇ ਤੋਂ ਤੱਤੀਆਂ ਬਾਵਾਂ ਦੇਣ ਪਰੇ। ਪੁੱਤ ਮੇਰੇ ਤੋਂ ਤੱਤੀਆਂ ਬਾਵਾਂ ਦੇਣ ਪਰੇ। ਉਹ ਮਾਵਾਂ ਠੰਡੀਆਂ ਛਾਵਾਂ ਮਰ ਜਾਣਾ ਕਹਿ ਜਾਣਾ ਵੇ ਤੂੰ ਰੁੜ ਜਾਣਾ ਲੈ ਜਾਣਾ। ਮਰ ਜਾਣਾ ਕਹਿ ਜਾਣਾ ਵੇ ਤੂੰ ਰੁੜ ਜਾਣਾ ਲੈ ਜਾਣਾ। ਹਰ ਮਾਂ ਆਪਣੇ ਪੁੱਤ ਦੀ ਨਜ਼ਰੀ ਉਤਾਰ ਤਰੇ। ਹਰ ਮਾਂ ਆਪਣੇ ਪੁੱਤ ਦੀ ਨਜ਼ਰੀ ਉਤਾਰ ਤਰੇ। ਹੋ ਮਾਵਾਂ ਠੰਡੀਆਂ ਛਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ। ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ। ਕੇ ਕੁਮਕਾਰ ਪੜਾਇਆ। ਜਦ ਮੇਰੇ ਹੱਥ ਗੁਟਕਾ ਦੇ ਕੇ ਕੁਮਕਾਰ ਪੜਾਇਆ। ਰਾਮ ਨਾਮ ਬੋਲੀ ਜਾ ਬੋਲੀ ਘਰੇ ਘਰੇ। ਰਾਮ ਨਾਮ ਬੋਲੀ ਜਾ ਬੋਲੀ ਘਰੇ ਘਰੇ। ਹੋ ਮਾਵਾਂ ਠੰਡੀਆਂ ਛਾਵਾਂ ਹੋ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ। ਮਮਤਾ ਦੀ ਮਾਰੀ ਦੀ ਸਿਵਿਆਂ ਵਾਲੀ ਅਰਥੀ ਚੱਲੀ। ਜਿੱਤਣ ਵਾਲੇ ਸਾਰੇ ਪੁੱਤਰ ਹਾਰਨ ਵਾਲੀ ਕੱਲੀ। ਉਹ ਪੁੱਤਰਾਂ ਦੇ ਲਈ ਖੁਸ਼ੀਆਂ ਮੰਗਦੀ। ਪੁੱਤਰਾਂ ਦੇ ਲਈ ਖੁਸ਼ੀਆਂ ਮੰਗਦੀ ਆਪ ਮਰੇ।
हो मामा ठंडियां छावां, मामा ठंडियां छावां छावां कौन करे, मामा ठंडियां छावां छावां कौन करे, मामा ठंडियां छावां छावां कौन करे, मामा ठंडियां छावां छावां कौन। ਇਹ ਸੀ ਅੱਜ ਦਾ ਦੇਸ਼ ਪ੍ਰਦੇਸ਼ ਪ੍ਰੋਗਰਾਮ ਦਾ ਸਮਾਂ ਤਕਰੀਬਨ ਸਮਾਪਤ ਹੈ। ਆਖਰ ਦੇ ਵਿੱਚ ਅਸੀਂ ਇੱਕ ਵਾਰੀ ਫਿਰ ਕੱਲ੍ਹ ਨੂੰ ਮਦਰਸ ਡੇ ਦੇ ਮੌਕੇ ਤੇ ਆਪਣੇ ਸਾਰੇ ਹੀ ਦਰਸ਼ਕਾਂ ਦੇ ਵਾਸਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਪੇਸ਼ ਕਰਦੇ ਹਾਂ। ਸਮੁੱਚੇ ਮੁਸਲਿਮ ਭਾਈਚਾਰੇ ਦੇ ਨਾਲ ਈਦ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਾਂ, ਈਦ ਦੀਆਂ ਬਹੁਤ-ਬਹੁਤ ਮੁਬਾਰਕਾਂ ਪੇਸ਼ ਕਰਦੇ ਹਾਂ। ਬਲਜਿੰਦਰ ਸਿੰਘ ਅਟਵਾਲ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਇੱਥੇ ਹੀ ਇਜਾਜ਼ਤ ਦਿਓ। ਅਗਲੇ ਹਫ਼ਤੇ ਤੱਕ ਸਤਿ ਸ੍ਰੀ ਅਕਾਲ, ਹੈਪੀ ਮਦਰਸ ਡੇ। मैनू मेरे नालों ज्यादा जो जाने, माए नी मेरी माए नी, हुआ खुशियाँ उदास जज्बात पहचाने, माए नी मेरी माए नी, हुआ जद भी मायूस तेरी पनाह दा सुकून अनोखा, तेरे खाने दा स्वाद किते भी लभना बड़ा है औखा, खुश रहे तू सदा अज कराए दुआ, मेरे सिर तेरा है तेरे प्यार दी छां, प्यारी मां मेरी मां, कुदरती नियामत रब दी रहमत ओ है मां। हैप्पी मदर्स डे। सतनाम सतनाम जी, वाहेगुरु 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 जी, सतनाम 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 जी 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 वाहेगुरु जी, सतनाम 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 जी, वाहेगुरु 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 जी, सतनाम 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 जी, वाहेगुरु 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 जी, 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 सतनाम सतनाम सतनाम।